अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि डॉल्फिन पुलिस एहलकार को कत्ल करने वाले कौन थे और कत्ल की वजह क्या थी। ये सब कुछ दिखाएंगे आपको इस प्रोग्राम में। डॉल्फिन एहलकार कासिम के कातिल जो है वो पुलिस ने गिरफ्तार कर लिए हैं। मुलजमान पुलिस की हिरासत में है। इनसे बात करते हैं। क्या नाम है तुम्हारा? मोहम्मद इरफान। इरफान जी। कहाँ रहते हो? डेरा चाल। डेरा चाल में क्या करते हो? अपना होटल बनाया जनाब। किस चीज़ का होटल? खाने पीने का? जी। कितने अरसे से यहाँ रहते हो? मुकामी उधर का। मुकामी उधर के हैं। कासिम क्या लगता था तुम्हारा? मेरी भाभी के मामू का बेटा था। रिश्तेदार था? जी। क्या दावत थी उसके साथ? गैरत की जनाब। क्या गैरत की? हमारी बेटी को उठा के ले गया था। बेटी? तुम्हारी बेटी को? मेरी भतीजी। भतीजी को? जी। क्या हुआ था बताओ। वो उठा के ले गया था शादी के बाद। पहले उसकी शादी की थी ना, थोड़ी बहुत बात होगी, ये नहीं कि नहीं। उठा के वो ले गया था। उठाने के बाद उसने हमें बड़ा दलील किया। हम उनके घर जाते रहे कि तुसी रिश्ता ले लो। वो रिश्ता कोई नहीं लेंदे रहे। बड़े मिन्नतां सवाई करते रहे कि ये काम ना करो। अच्छा। सानू कुड़ी वापस जो ये नहीं देनी तो तुसी रिश्ता ले लो। कासिम तो खुद भी शादीशुदा सी? वो बाद च शादी जनाब उन्हें की थी। पहले शादी तो पहले ले गया सी? हाँ जी सर। अच्छा फिर? फिर वो जनाब लै गया। साढ़े वड्डे जाते रहे कुड़ी वापस दे दो। अच्छा। ना उन्हें कुड़ी वापस दी जी। उन्होंने कहा तुसी रिश्ता तुसी रख लो। हाँ। उन्हें नहीं रखी जनाब। जलील करते रहे। अच्छा। हाँ जी। फिर ਤੁਸੀਂ ਕੋਈ ਥਾਣੇ 'ਚ ਰਿਪੋਰਟ ਕਰਾਈ? मुकदमा होया जनाब। ਕਾਸਮ ਦੇ ਖਿਲਾਫ हाँ जी। ਹੋਇਆ? अगवा बरायत आंदा मुकदमा जनाब। ਕਿਹੜੇ ਥਾਣੇ 'ਚ? डिफेंस से। ਡਿਫੈਂਸ ਸੀ? हाँ जी। ਕਾਸਮ ਉਹਦੇ 'ਚ ਮੁਲਜ਼ਮ ਸੀ? जी सर। ਅੱਛਾ ਫਿਰ ਕੀ ਹੋਇਆ? ਤੁਸੀਂ ਉਹਨੂੰ ਮੰਗਿਆ ਜਾ ਕੇ ਬੱਚੀ ਨੂੰ ਕਿ ਸਾਨੂੰ ਵਾਪਸ ਕਰ ਦੇ ਹਾਂਜੀ। ਜਾਂ ਸ਼ਾਦੀ ਕਰ ਲੈ? ਹਾਂਜੀ। ਉਹਦੇ ਘਰ ਵਾਲੇ ਜਾਂ ਕਾਸਮ ਕੀ ਕਹਿੰਦਾ ਸੀ? ਉਹ ਨਹੀਂ ਕਹਿੰਦੇ ਅਸੀਂ ਕੁਝ ਵੀ ਨਹੀਂ ਕਰਨਾ, ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲਓ। ਅਸੀਂ ਹਾਂਜੀ ਅਸੀਂ ਨਾ ਰਿਸ਼ਤਾ ਲੈਣਾ ਹੈ ਤੇ ਜ਼ਲੀਲ ਕਰਨਾ ਤੁਹਾਨੂੰ। ਜ਼ਲੀਲ ਜਨਾਬ ਸਾਨੂੰ ਕਰਦੇ ਰਹੇ। ਅੱਛਾ। ਹਾਂਜੀ। ਤੇ ਬੱਚੀ ਹੁਣ ਕਿੱਥੇ ਵੇ? ਬੱਚੀ ਦੀ ਸ਼ਾਦੀ ਕੀਤੀ ਦੂਸਰੀ। ਅੱਛਾ। ਉਹ ਫਿਰ ਉਹ ਚੱਕਰ ਉਹਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਅੱਛਾ। ਐ ਤੁਹਾਨੂੰ ਜ਼ਲੀਲ ਕਰਨਾ ਹੈ ਨਾ ਇਹਨੂੰ ਨਾ ਮੈਂ ਉਹਨੇ ਅਨਾਹ ਬਣਾ ਲਈ ਨਾ ਜਨਾਬ। ਅੱਛਾ। ਤੇ ਸਾਨੂੰ ਜ਼ਲੀਲ ਕਰਦਾ ਰਿਹਾ। ਬੜਾ ਜ਼ਲੀਲ ਖਵਾਰ ਜੇ ਉਹਦੇ ਘਰ ਪਿਓ ਨੂੰ ਕਿਹਾ ਕਿ ਤੂੰ ਹੀ ਰਿਸ਼ਤਾ ਲੈ ਲਓ, ਨਹੀਂ ਦੂਜੀ ਥਾਂ ਤੇ ਵੀ ਕਰ ਦੇ। ਉਹਨਾਂ ਜਨਾਬ ਨਹੀਂ ਉਹ ਮੰਨੇ ਨਹੀਂ। ਕਹਿੰਦਾ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ। ਅੱਛਾ। ਅਸੀਂ ਰਿਸ਼ਤਾ ਵੀ ਲੈਣਾ, ਤੁਹਾਨੂੰ ਜ਼ਲੀਲ ਕਰਨਾ। ਅੱਛਾ। ਇਹ ਗੱਲ ਜਨਾਬ। ਤੇ ਫਿਰ ਤੁਸੀਂ ਪਲਾਨ ਕਿਸ ਤਰ੍ਹਾਂ ਕੀਤਾ? ਫਿਰ ਜਨਾਬ ਉਹ ਪਲਾਨ ਇਸ ਤਰ੍ਹਾਂ ਕੀਤਾ ਜੋ ਤੀਸਰੀ ਜਗ੍ਹਾ ਤੇ ਉੱਥੇ ਤਲਾਕ ਹੋ ਗਈ ਇਹਦੀ ਵਜ੍ਹਾ ਤੋਂ। ਫਿਰ ਤੀਸਰੀ ਜਗ੍ਹਾ ਤੇ ਸ਼ਾਦੀ ਹੋਈ ਕੀਤੀ। ਹੁਣ 2.5 ਮਹੀਨੇ ਹੋ ਗਏ ਸ਼ਾਦੀ ਕਰਨ ਤੋਂ ਪਹਿਲਾਂ ਇਹਨੇ ਫਿਰ ਇਹੋ ਕੰਮ ਕੀਤਾ। ਮੇਰੀ ਭਤੀਜੀ ਨੂੰ ਡੱਕ ਕੇ ਮੇਰੀ ਭਾਬੀ ਦੇ ਸਮੇਤ ਬਾਜ਼ਾਰ ਗਈ ਜਨਾਬ। ਇਹ ਡੱਕ ਕੇ ਜਨਾਬ ਤੇ ਮੈਂ ਕਿਹਾ ਮੈਂ ਤੈਨੂੰ ਇੱਥੇ ਵੀ ਨਹੀਂ ਵਸਣ ਦੇਣਾ। ਅੱਛਾ। ਹਾਂਜੀ। ਉੱਥੇ ਵੀ ਜ਼ਲੀਲ ਕਰਦਾ ਰਿਹਾ ਤੇ ਮੈਨੂੰ ਭਤੀਜੀ ਨੇ ਆਣ ਕੇ ਮੈਨੂੰ ਦੱਸਿਆ। ਦੱਸੋ ਜਨਾਬ ਇੱਕ ਗੈਰਤਮੰਦ ਇਨਸਾਨ ਕੀ ਕਰ ਸਕਦਾ? ਪਿੰਡ ਦੇ ਵਿੱਚ ਰਹਿਣ ਰਿਹਾ ਜੋ ਇਸ ਮੇਰੀ ਭਤੀਜੀ ਦੇ ਨਾਲ ਇੱਜ਼ਤ ਨਾਲ ਖਿਲਵਾੜ ਹੋਈ ਹੈ ਤੇ ਬੰਦਾ ਦੱਸੋ ਤੁਸੀਂ ਦੱਸੋ ਕਿ ਅਸੀਂ ਕਿੱਧਰ ਨੂੰ ਜਾਈਏ? ਉਹਨਾਂ ਦੇ ਘਰ ਵੀ ਜਾਂਦੇ ਰਹੀਏ, ਉਹਨਾਂ ਮਿੰਨਤਾਂ ਸਮਾਜ ਕਰਦੇ ਰਹੀਏ ਤੇ ਕਿਸੇ ਵੱਡੇ ਵੀ ਜਾਂਦੇ ਹਨ ਕਿ ਤੁਸੀਂ ਰਿਸ਼ਤਾ ਲੈ ਲਓ ਤੇ ਬੰਦਾ ਫਿਰ ਕੀ ਕਰ ਸਕਦਾ? ਬੱਚੀ ਕੋਲੋਂ ਤੁਸੀਂ ਨਹੀਂ ਪੁੱਛਿਆ ਕਿ ਉਹ ਉਹਨੂੰ ਤੰਗ ਕਰਦਾ ਸੀ? ਤੇ ਪੁੱਛਿਆ ਜਨਾਬ ਬੇਸ ਤੋਂ ਤੇ ਅਸੀਂ ਉਹਨਾਂ ਦੇ ਘਰ ਜਾਂਦੇ ਸਾਂ ਕਿ ਤੁਸੀਂ ਰਿਸ਼ਤਾ ਲੈ ਲਓ। ਫਿਰ ਨਾ ਰਿਸ਼ਤਾ ਲੈਂਦੇ ਫਿਰ ਅਸੀਂ ਇਸ ਤੋਂ ਫਿਰ ਦੂਸਰੀ ਜਗ੍ਹਾ ਸ਼ਾਦੀ ਕਰਦੇ ਹਾਂ। ਉੱਥੇ ਵੀ ਇਹੋ ਕੰਮ ਹੋ ਜਾਂਦਾ ਸੀ ਸਾਨੂੰ ਜ਼ਲੀਲ ਕਰਨਾ। ਅੱਛਾ। ਕਰਦਾ ਰਿਹਾ। ਗੈਰ ਤੇ ਸਾਡੀ ਨੂੰ ਰੋਲਦਾ ਰਿਹਾ। ਪਿੰਡ ਥਾਂ ਦੇ ਰਹਿਣ ਵਾਲੇ ਆਵਾਨ ਬਰਾਦਰੀ ਸਾਡੀ ਤੇ ਸ਼ਰੀਕਾ ਬਰਾਦਰੀ ਕੀ ਇੱਜ਼ਤ ਹੁੰਦੀ ਜੇ ਅਸੀਂ ਕਹਿੰਦੇ ਤੁਸੀਂ ਆਪਣਾ ਮੁੰਡਾ ਪਿੰਡ ਨਾ ਵਾੜੋ। ਫਿਰ ਵੀ ਉਹਨਾਂ ਵਾੜਿਆ ਕਿ ਵਾੜਨਾ ਜੋ ਕਰਨਾ ਤੁਸੀਂ ਕਰ ਲਓ। ਤੇ ਦੱਸੋ ਹੁਣ ਤੁਸੀਂ ਰਿਸ਼ਤਾ ਲਿਓ ਅਸੀਂ ਕਿਹੜੇ ਪਾਸੇ ਜਾਂਦੇ? ਕਾਨੂੰਨ ਦਾ ਵੀ ਦਰਵਾਜ਼ਾ ਖੜਕਾਇਆ, ਕੋਈ ਉਹਦਾ ਇਨਸਾਫ ਨਹੀਂ ਮਿਲਿਆ। ਅੱਛਾ। ਪਰਚਾ ਜਿਹੜਾ ਵੀ ਹੋਇਆ ਤੇ ਉਹਦੇ ਤੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਪੁਲਿਸ ਨੇ? ਨਹੀਂ ਜਨਾਬ। ਉਹਨਾਂ ਕੋਲ ਪੈਸਾ ਹੀ, ਅਸੀਂ ਮਾੜੇ ਬੰਦੇ ਸਾਂ। ਉਹਨੇ ਪੈਸਾ ਲਾ ਲਓ ਕਿ ਪਤਾ ਨਹੀਂ ਕੀ ਖੇਡ ਖੇਡੀ। ਅਸੀਂ ਬੜੇ ਧੱਕੇ ਖਾਦੇ ਅਦਾਲਤਾਂ ਤੇ ਕਰ ਵੀ। ਅੱਛਾ। ਉਹ FIR ਦੇ ਨਾਮਜ਼ਦ ਹੈ? ਜੀ ਜਨਾਬ। ਫਿਰ ਕਤਲ ਦੀ ਤੁਸੀਂ ਪਲੈਨਿੰਗ ਕਿਸ ਤਰ੍ਹਾਂ ਕੀਤੀ? ਕਿਸ ਤਰ੍ਹਾਂ ਕੀਤਾ ਕਤਲ? ਕਤਲ ਮੈਂ ਖੁਦ ਹੀ ਕੀਤਾ। ਜੇ ਤੀਸਰੀ ਜਗ੍ਹਾ ਸ਼ਾਦੀ ਕਰਨ ਲੱਗਿਆ ਅੱਛਾ। ਤੇ ਉੱਥੇ ਵੀ ਇਹੋ ਹੀ ਰੌਲਾ ਭਤੀਜੀ ਮੈਨੂੰ ਆਣ ਕੇ ਦੱਸਿਆ ਕਿ ਮੈਨੂੰ ਬਾਰ-ਬਾਰ ਦਲੀਲ ਕਰਦਾ। ਅੱਛਾ। ਮੈਨੂੰ ਜੋ ਗੁੱਸਾ ਆ ਗਿਆ ਕਿ 8-9 ਸਾਲਾਂ ਦਾ ਕੰਮ ਤੇ ਤੀਸਰੀ ਜਗ੍ਹਾ ਸ਼ਾਦੀ ਕਰ ਦਿੱਤੀ। ਪਹਿਲਾਂ 56 ਸਾਲਾਂ ਉੱਥੋਂ ਉਹਨੂੰ ਫਾਇਰ ਵੀ ਕੁੜੀ ਨੂੰ ਲੱਗੇ ਜਨਾਬ।
ਉਹ ਕਿਨੇ ਮਾਰੇ ਸੀ? ਉਹਦਾ ਖਾਮਦ ਰਜ਼ਵਾਨ, ਪਹਿਲਾਂ ਇਹ ਵੀ ਆਪਣੇ ਮੁੰਡਾ। ਅੱਛਾ, ਰਜ਼ਵਾਨ ਉਹਦਾ ਖਾਮਨ? ਹਾਂਜੀ। ਉਹਦੇ ਨਾਲ ਅਲੈਦਗੀ ਹੋ ਗਈ? ਹਾਂਜੀ, ਲਹਿਦਗੀ ਹੋ ਗਈ। ਇਹਨਾਂ ਬੜੀ ਦੇਰ ਫਿਰ ਵੀ ਸੁਲ੍ਹਾ ਕਰਕੇ ਰੱਖੀ। ਇਹ ਵੀ ਰਿਸ਼ਤੇਦਾਰ ਹੈ ਤੇਰਾ? ਹਾਂਜੀ, ਸਾਰੇ ਰਿਸ਼ਤੇਦਾਰ ਹੈ। ਅੱਛਾ, ਤੇ ਫਿਰ ਤੂੰ ਕਤਲ ਕਿਸ ਤਰ੍ਹਾਂ ਕੀਤਾ? ਕੀ ਪਲਾਨ ਕੀਤਾ? ਗੱਡੀ ਕਿੱਥੋਂ ਲਈ? ਕਿਸ ਤਰ੍ਹਾਂ ਗ੍ਰਿਫਤਾਰ? ਆਪਣਾ ਹੋਂਡਾ ਸੀ ਜਨਾਬ ਮੇਰਾ। 125 ਹੋਂਡਾ? ਹਾਂਜੀ, 125। ਅੱਛਾ। ਤੇ ਮੈਂ ਉਹਦੇ ਦੇ ਹੋਟਲ ਦੇ ਸਾਹਮਣੇ, ਮੇਨ ਤੇ ਸਾਡਾ ਹੋਟਲ ਹੈ, ਉੱਥੇ ਮੇਰਾ ਬਾਰਬੀਕਿਊ ਚਲਾਉਂਦਾ ਤੇ ਡਿਊਟੀ ਤੋਂ ਆਉਂਦਾ ਸੀ। ਅੱਛਾ। ਹਾਂਜੀ। ਫਿਰ ਮੈਂ ਉਹ ਇਹਨਾਂ ਪਹਿਲੇ 2-3 ਦਿਨ ਤੋਂ ਮੈਂ ਖੁਦ ਹੀ ਰੱਖੀ ਕੀਤੀ ਸੀ ਇਕੱਲੇ ਨੇ। ਠੀਕ ਹੈ। ਤੇ ਮੈਂ ਜਨਾਬ ਕਿਹਨੇ ਨੂੰ ਜ਼ਲੀਲ ਬੜਾ ਕਰ ਦਿੱਤਾ ਤੇ ਮੈਂ ਹੁਣ ਨਹੀਂ ਛੱਡਦਾ। ਜਦੋਂ ਸਾਰਾ ਕੁਝ ਬੰਦਾ ਹਾਰ ਜਾਵੇ, ਇੱਜ਼ਤ ਤੋਂ ਵੱਧ ਕੋਈ ਸ਼ੈ ਨਹੀਂ ਹੈਗੀ। ਹਾਂ। ਤੇ ਡਿਊਟੀ ਤੋਂ ਵਾਪਸ ਆ ਰਿਹਾ ਸੀ? ਹਾਂਜੀ, ਵਾਪਸ ਆ ਰਿਹਾ। ਫਿਰ ਕੀ ਕੀਤਾ ਤੂੰ? ਇਹ ਆਪਣੇ ਘਰ ਕੋਈ ਨੇ ਆਪਣੇ ਭਰਾ ਨੂੰ ਉਤਾਰਿਆ। ਜੇ ਮੈਂ ਉਹਨੂੰ ਮਾਰਨਾ ਹੁੰਦਾ ਕਿ ਮੈਂ ਕੋਈ ਗਲਤ ਕਰਨਾ ਤਾਂ ਮੈਂ ਉਹਨੂੰ ਵੀ ਨਾਲ ਮਾਰ ਸਕਦਾ। ਫਿਰ ਅੱਗੇ ਜਾ ਕੇ ਆਪਣੇ ਦੋਸਤ ਨੂੰ ਉਤਾਰਿਆ। 3 ਜਣੇ ਸਨ? 3 ਜਾਣੇ ਸੀ ਜਨਾ। ਅੱਛਾ। ਦੋਸਤ ਨੂੰ ਉਤਾਰ ਕੇ ਵਾਪਸ ਆਇਆ ਤੇ ਮੈਂ ਇਹਨੂੰ ਮਾਰ ਦਿੱਤਾ, ਕਤਲ ਕਰ ਕਿੰਨੇ ਦਿੱਤਾ। ਫਾਇਰ ਮਾਰੇ? 9 ਫਾਇਰ ਮਾਰੇ ਜਨਾਬ। 9 ਫਾਇਰ ਮਾਰੇ? ਜੀ ਸਰ। ਚਲਦੀ ਮੋਟਰਸਾਈਕਲ ਸੀ ਜਾਂ ਡਿੱਗ ਪਿਆ ਸੀ? ਨਹੀਂ, ਮੋਟਰਸਾਈਕਲ ਜੋ ਆ ਰਿਹਾ ਸੀ ਨਾ, ਮੈਂ 6 ਉਹਦੇ ਮਾਰ ਦਿੱਤੇ ਸੀ ਫਾਇਰ। ਅੱਛਾ। ਤੇ ਫਿਰ ਉਹ ਡਿੱਗ ਪਿਆ ਜਨਾਬ। 3 ਫਿਰ ਮੈਂ ਉਹਦੇ ਗਰਦਨ ਤੇ ਰੱਖ ਕੇ ਮਾਰੇ। ਤੇ ਪਿਸਤੌਲ ਕਿੱਥੋਂ ਲਿਆ? ਪਿਸਤੌਲ ਮੇਰਾ ਪਸ਼ਾਵਰ ਦਾ ਦੋਸਤ ਸੀ ਪਠਾਨ, ਅੱਛਾ। ਉਹਨਾਂ ਤੋਂ ਲਿਆ ਸੀ। ਸਾਡੀ 302 ਪਹਿਲੇ ਵੀ ਸੀ ਅੱਛਾ। ਉਹਨਾਂ ਦੇ ਸੀ। ਮੇਰਾ ਭਰਾ ਵੱਡਾ ਸ਼ਹਾਤੀ ਜਿਨ੍ਹਾਂ ਦੇ ਮਨ ਸ਼ਹਾਦਤ ਦਾ ਇਲਜ਼ਾਮ ਲਾਉਂਦੇ ਨੇ। ਹਾਂ। ਉਹ ਉਹਨਾਂ ਸ਼ਹਾਤੀ ਸੀ, ਸਿਆਸਤ ਬੇਸ ਤੇ ਪਰਚੇ ਹੁੰਦੇ ਰਹੇ ਸੀ ਜਨਾਬ। ਪੁਲਿਸ ਕਹਿੰਦੀ ਹੈ ਕਿ ਤੁਸੀਂ ਮਨਸ਼ਾਤ ਰੋਕੀ ਹੈ। ਜਨਾਬ ਮੇਰਾ ਅੰਗੂਠਾ ਲਾ ਕੇ ਵੇਖ ਲਓ, ਮੈਂ ਕ੍ਰਿਕਟਰ ਸਾਂ। ਅੱਛਾ। ਮੈਂ 7 ਸਾਲ ਕ੍ਰਿਕਟ ਖੇਡੇ ਭਾਈ ਕੇ। ਤੇਰਾ ਜਿਹੜਾ ਇੱਕ ਬੇਲ ਤੇ ਜਾਵੇ, ਹਾਂਜੀ। ਉਹਦੇ ਤੇ ਪਰਚੇ ਕਿਨੇ ਮਨਸ਼ਾਤ ਦੇ? ਉਹ ਜਨਾਬ ਇਹ ਸਿਆਸਤ ਬੇਸ ਤੇ 302 ਦਾ ਸ਼ਹਾਤੀ ਕਿਹੜੀ ਹੈ। ਸਿਆਸਤ? ਕੌਣ ਸਿਆਸਤ ਕਰਦਾ? ਇਹੋ ਹੀ ਪਿੰਡ ਵਾਲੇ ਕਰਦੇ ਤੇ ਹੁਣ ਆਣ ਕੇ ਸਾਡੀ ਸੁਲਾਹ ਇਹਦੇ ਹੁਣ ਤੇ ਨਹੀਂ ਕੋਈ ਪਰਚੇ। ਨਹੀਂ, ਉਹ ਸਿਆਸਤ ਕੋਈ ਜਮਾਤ, ਸਿਆਸੀ ਨਹੀਂ, ਜਮਾਤ ਸੀ ਜਾਂ ਨਹੀਂ, ਫਿਰ ਨਹੀਂ। ਇਲਾਕੇ ਦੇ ਲੋਕ? ਇਲਾਕੇ ਦੇ ਲੋਕ ਸਨ। ਉਹ ਝੂਠੇ ਪਰਚੇ ਕਰਾਉਂਦੇ ਸਨ? ਹਾਂਜੀ, ਬਸ ਅਸੀਂ ਮਾੜੇ ਬੰਦੇ ਸਾਂ, ਉਹ ਤਗੜੇ ਸੀ। ਕਿੱਧਰ ਜਾਂਦੇ ਫਿਰ? ਤੇ ਪੁਲਿਸ ਨੇ ਫਿਰ ਇਹ ਬਾਕੀ 3 ਲੋਕਾਂ ਨੂੰ ਤੇਰੇ ਨਾਲ ਕਿਉਂ ਫੜਿਆ? ਅਗਰ ਤੂੰ ਇਹ FIR ਚ ਉਹਨਾਂ ਨਾਮਜ਼ਦ ਕਰਾਇਆ। ਅਗਰ ਮੇਰਾ ਭਰਾ ਵੱਡਾ ਜਿਹੜਾ ਉਹ ਮਨਸ਼ਾਦ ਰਿਸ਼ਤੇਦਾਰ ਆ, ਪਹਿਲਾਂ ਮਨਸ਼ਾਦ ਕਰਦਾ ਹੁੰਦਾ ਤੇ ਨਾਮਜ਼ਦ ਪਰਚਾ ਨਹੀਂ ਸੀ ਹੁੰਦਾ ਕਰਾ ਸਕਦੇ, ਉਹਦਾ ਨਾਂ ਨਹੀਂ ਲਾ ਸਕਦੇ। ਸਾਡਾ ਮੇਰਾ ਅੰਗੂਠੇ ਲਵਾਏ ਸਾਰੇ ਜਗ੍ਹਾ। ਮੈਂ ਕ੍ਰਿਕਟਰ, ਮੈਂ ਮਿਹਨਤੀ ਬੰਦਾ ਤੇ ਮੇਰਾ ਕੋਈ ਪਰਚਾ ਨਹੀਂ। ਵੇਖ ਲਓ, ਸਾਰਾ ਕੁਝ ਚੈੱਕ ਕੀਤਾ। ਇਹ ਕੀ ਲੱਗਦਾ ਇਹ ਤੈਨੂੰ? ਮੇਰਾ ਭਾਂਜਾ। ਭਾਂਜਾ? ਹਾਂਜੀ। ਤੇ ਇਹਨੂੰ ਵੀ ਐਸੇ ਇਲਜ਼ਾਮ ਵਿੱਚ ਹੀ ਫੜਿਆ? ਹਾਂਜੀ। हाँ भाई, क्या नाम है तुम्हारा? फाहद अली। बात क्या करते हो? मैं स्टूडेंट हूँ, कौन सी क्लास में? सेकेंड ईयर के मैंने पेपर दिए। सेकंड ईयर के? जी। तो ये क्यों पुलिस ने तुम्हें गिरफ्तार किया? ये मामू है तुम्हारा? जी। क्या हुआ, कैसे पकड़े गए तुम? पकड़ा इधर बसीन गांव से, मुझे मुलाजिम पकड़ कर लाए थे। वसीम गांव किसके पास थे? उधर डेरा था अपने, उधर रहते थे। अच्छा, वहाँ भागे हुए थे? हाँ जी। तो क्या इस कत्ल में तुम नहीं शामिल थे? नहीं तुम्हें पता था? नहीं इस नहीं सारे मामले का पता है जो मामू तुम्हारा बता रहा है? नहीं नहीं, मुझे कोई नहीं था पता। नहीं, वो जो बच्ची को गैरत का वो पता था कि ये क्या- गैरत क्या का पता मामला, था? कि वो जलील करता था इनको, अच्छा। इनके होटल के सामने आन के खड़ा हो जाता था, गंदी गंदी हरकतें करता था, मूँछों को ताव देता था। अच्छा। हाँ, तो इनको जलील करता था, गांव में बताता था, लड़कों में बताता था कि मैंने इनकी लड़की के साथ ऐसे किया है, अच्छा। ये हुआ है। उसके दोस्त हैं करबाट के, उनको बताता था। हाँ। अपनी टोर बनाता था कि मैंने ऐसे काम किया है, तो अब मैं गांव में वसन दिया मैं, इस वजह से इन लोगों ने मारा है। अच्छा, तुम ये बताओ कि पुलिस ये कहती है कि जहाँ पे तुम लोग मंशियात बेचते थे वहाँ पे पुलिस रेड करती थी और तुम कासिम के ऊपर इल्ज़ाम लगाते थे कि नहीं, उसकी वजह से। कोई इल्ज़ाम नहीं लगाता था। जब मैं करते ही नहीं था, जब वो होता ही नहीं था काम, मैंने कहाँ से इल्ज़ाम लगाना? अच्छा। कोई इल्ज़ाम नहीं जनाब लगाता था। तो तुम्हारा भाई जो है वो क्या काम करता है? वो भी होटल में, बड़ा भाई वो भी में। होटल में है? हाँ जी, उस बकायदा सिटी टीवी लेके आए, मेरे होटल पे कैमरे लगे हुए थे। इससे पहले तुम्हारे ऊपर कोई मुकदमा है? नहीं, कोई जनाब मेरे तक 302 का भी कोई नहीं है? नहीं, कोई पर्चा नहीं। अच्छा, बाकी जो मुलजमान 4 पकड़े हैं, इनका क्या किरदार है? पुलिस तो कहती है कि ये उसमें मुलविस हैं और गाड़ी भी एक बरामद की है जो वकूए में इस्तेमाल हुई है, जिस पे रैकी करते थे। नहीं जनाब, कोई बरामद कोई चीज़ नहीं है, कोई इन्वॉल्व नहीं है। अच्छा। हाँ जी, मैं मोटरसाइकिल अपनी बाइक ਤੇ ਕੰਮ ਵੀ ਕੀਤਾ। ਉੱਥੇ ਉਹ ਡਿੱਗ ਪਈ, ਉਹਨਾਂ ਦਾ ਮੁੰਡਾ ਫਾਇਰ ਕਰਨ ਦੇ ਸੀ, ਉਹ ਮੈਂ ਸੁੱਟ ਦੀ ਉੱਥੇ ਸੁੱਟ ਦੀ। ਤੇ ਫਿਰ ਦੂਸਰੀ ਜਿਹੜੀ ਮੋਟਰਸਾਈਕਲ ਤੇ ਨਿਕਲਿਆ ਉਹ ਵੀ ਇਹਨਾਂ ਨੇ ਦਿੱਤੀ। ਤੇ ਕਾਰ ਦੇ ਵਿੱਚ ਕੋਈ ਕਿਰਦਾਰ ਨਹੀਂ ਹੈਗਾ, ਉਹ ਤਾਂ ਸਿਰਫ ਘਰ ਵਾਲੇ ਲੈ ਕੇ ਆਏ ਸੀ, ਆਫਾਜ਼ ਲੈ ਗਿਆ ਸੀ, ਉਹ ਆਪੀ ਨੂੰ ਲੈ ਕੇ ਆਣਾ ਸੀ। ਲੈ ਕੇ ਤੇ ਫਿਰ ਅਸੀਂ ਹੋਟਲ ਤੇ ਕੰਮ ਕਰਦੇ ਤੇ ਉਹ ਦਾਤਾ ਦਰਬਾਰ ਚਲ ਗਿਆ। ਸ਼ਾਦੀ ਕੀਤੀ ਇਹਨਾਂ ਦੇ, ਤੇ ਫਿਰ ਰੋਟੀ ਰਾਟੀ अहल खाना ने पकाई सी उन्होंने। अच्छा इरफान, कासिम के 2 बच्चे हैं छोटे छोटे, पछतावा है कि नहीं करना चाहिए था ये काम? ज़ाहिर बात है, पछतावा तो होता ही, मेरे भी बच्चे हैं, मुझे ये भी पछतावा है। तो लेकिन जो इतना तंग करे जनाब, तो फिर क्या कर सकते हो? इज्जत के ज़रा कुछ भी नहीं है। नहीं, तुम्हारा दिल मानता है कि तुमने जो किया गलत है?
गलत तो है, इस पर अल्लाह मुझे बस माफ़ कर दे। उसके बच्चे हैं, बीवी है, माँ बाप हैं, तो ये चीज़ जनाब पहले सोचनी चाहिए थी उनको। जब लेकिन उसने हम किसी को मारा तो नहीं था। हमारे तो जो इज्जत है वो सब इज्जत की धज्जियों खाड़ देना, ये कौन सी बात है। मैंने कोई पुलिस से नहीं, मैं पुलिस की वर्दी पे नहीं जनाब मैंने गोली चलाई, मैं उसके किरदार पे मैंने गोली चलाई। अगर पुलिस वाले उठ के ऐसा करे, तुम्हें डर नहीं आया कि पुलिस वाला है, उसको कत्ल कर रहे हो तो पुलिस क्या पुलिस करेगी? की मेरे साथ तो कोई अना नहीं है, यहाँ की मेरी कोई जाती दुश्मनी नहीं है, मेरी तो उसके साथ है ना, इसने हमारी इज्जत रोक ली जनाब। हम्म, आप खुद समझदार हैं, जो इतना दलील करे तो उसका आप ही बता देंगे क्या होना चाहिए। 2 मुल्ज़मान और हैं जी इसी केस में जो गिरफ्तार किए हैं, उनसे भी आपकी बात करवाते हैं। अभी क्या नाम है तुम्हारा? मेरा सर नाम रिजवान है जी। रिजवान है। हाँ जी क्या लगते थे तुम कासिम? सर, वो रिश्तेदार है मेरे अब्बू के मामू का बेटा था। अच्छा, तो उसके साथ तुम्हारी क्या दुश्मनी थी? मेरी सर उसके साथ कोई दुश्मनी नहीं। तो फिर ये इसमें क्यों पकड़े गए पुलिस ने? सर गिरफ्तार मेरा किया तुम्हें? सर मेरा नजायज़ ना उन्होंने देता, मेरा कोई ਇਹਦੇ किरदार नहीं हैगा। अच्छा, किरदार देगा। मेरा कोई ਜਿਹੜੀ किरदार नहीं। ਲੜਕੀ ਦੇ ਬਾਰੇ ਚ इरफान दस रहा है, हाँ जी वो तेरी पहले बीवी रही है? हाँ जी सर, पहले मेरी कितना बीवी अरसा थी। शादी रही है? 2014 ही सर मेरी शादी हुई थी। अच्छा, कोई साल को 2 साल रही शादी। की ਉਸ वजह हुई ਤੋਂ तलाक ਬਾਅਦ होने की? ਤਲਾਕ ਦੇਤੀ की वजह सी? ਸਰ, ਵੈਸੇ ਹੀ ਲੜਾਈਆਂ ਝਗੜੇ ਤੇ ਫਿਰ ਇਸ ਤੋਂ नहीं उन्हें नाल की तेरा लड़ाई झगड़ा ना जी, उन्होंने फायर भी मारे थे? हाँ जी सर, ਉਹ ਕਾਸਮ ਦੀ ਵਜ੍ਹਾ ਤੇ ਮਾਰੇ ਸੀ ਫੈਰ। कासिम की वजह तो? हाँ जी, की कासिम की वजह की सी? ਕਾਸਮ ਦੀ ਵਜ੍ਹਾ ਇਹ ਹੀ ਸਾਰੇ ਦੀ ਭੈਣ ਦਾ ਘਰ ਹੀ ਉੱਥੇ ਆਂਦਾ ਸੀ अच्छा, ਤੇ ਫਿਰ तेरी ਇਸ बीवी ਵਜ੍ਹਾ ਨੂੰ ਕੀ ਕਹਿੰਦਾ? ਮੈਂ ਮਾਰੇ ਫੈਰ ਉਹਨੂੰ। बीवी ਨੂੰ ਮਾਰੇ? हाँ जी सर, ਤੇ ਤੂੰ ਨਹੀਂ ਕਾਸਿਮ ਨੂੰ ਪੁੱਛਿਆ ਕਿ ਉਹ ਤੇਰੀ बीवी ਨੂੰ ਤੰਗ ਕਰਦਾ ਹੈ ਜਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਲੜਕੀ ਦੇ ਵਾਲਿदैन ਨੂੰ ਨਹੀਂ ਤੂੰ ਦੱਸਿਆ? ਸਰ ਜੀ ਦੱਸਿਆ ਉਹਨਾਂ ਨੂੰ ਸਾਰਾ ਪਤਾ ਸੀ, ਸਾਡੀ ਅੱਛਾ। ਰਿਸ਼ਤੇਦਾਰੀ ਹੀ ਕਾਸਮ ਨੂੰ ਰਹਿਣ ਵਾਲੇ। ਅੱਛਾ, ਸਾਰਿਆਂ ਨੂੰ ਦੱਸਿਆ, ਸਾਰਿਆਂ ਨੂੰ ਪਤਾ ਸੀ, ਲੇਕਿਨ ਉਸ ਤੋਂ ਬਾਅਦ ਮੈਂ ਡਿਵੋਰਸ ਦੇ ਦਿੱਤੀ। ਫਿਰ ਮੈਂ ਇਸ ਬਾਰੇ ਨਹੀਂ ਗਿਆ। ਅੱਛਾ ਇਹ ਦੱਸ ਕਿ ਕਾਸਿਮ ਹੈ ਨਾ ਖਾਨਦਾਨ ਦੇ ਵਿੱਚ ਤਗੜਾ ਸੀ ਕਿ ਉਹਨੂੰ ਕੋਈ ਮਨਾ ਹੀ ਨਹੀਂ ਕਰਦਾ ਸੀ, ਤੇਰੀ बीवी ਨਾਲ ਵੀ ਉਹ ਤਲਕਾਤ ਕਾਇਮ ਕਰਨਾ ਚਾਹੁੰਦਾ ਸੀ ਜਾਂ ਉਹਨੂੰ ਤੰਗ ਕਰਦਾ ਸੀ, ਕੀ ਵਜ੍ਹਾ ਸੀ? ਸਰ ਮਨਾ ਕਰਦੇ ਸੀ ਉਹਨੂੰ, ਲੇਕਿਨ ਉਹ ਉਹਨਾਂ ਦੇ ਘਰ ਵਾਲਿਆਂ ਦੀ ਮਰਜ਼ੀ ਜਾਂ ਉਹਦੀ ਹਾਂ, ਨਹੀਂ ਸੀ ਮੰਨਦਾ ਉਹਨਾਂ ਦੀ। ਤੇਰੀ बीवी ਕੀ ਕਹਿੰਦੀ ਸੀ ਕਿ ਉਹ ਉਹਨੂੰ ਬਿਲਾ ਵਜ੍ਹਾ ਤੰਗ ਕਰਦਾ ਜਾਂ ਉਹ ਵੀ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ ਜਾਂ ਕੀ ਵਜ੍ਹਾ ਕੀ ਸੀ? ਸਰ ਉਹ ਬਿਲਾ ਵਜ੍ਹਾ ਹੀ ਤੰਗ ਕਰਦਾ ਸੀ। ਤੰਗ ਕਰਦਾ ਸੀ ਹਾਂਜੀ। ਤੇ ਫਿਰ ਤੂੰ ਗੋਲੀਆਂ ਉਹਨੂੰ ਕਿਉਂ ਨਹੀਂ ਮਾਰੀਆਂ, ਆਪਣੀ बीवी ਨੂੰ ਮਾਰਤੀਆਂ? ਸਰ ਉਹਨੂੰ ਮਾਰੀਆਂ ਗੋਲੀਆਂ, ਮੈਂ ਕਿਹਾ ਰੌਲਾ ਨਹੀਂ ਬੜਿਆ। ਅੱਛਾ, ਕਿੱਥੇ ਲੱਗੀਆਂ ਸਨ ਗੋਲੀਆਂ ਉਹਨੂੰ? ਸਰ ਢਿੱਡ ਦੇ ਵਿੱਚ ਲੱਗੀਆਂ, ਕਿੰਨੀਆਂ ਗੋਲੀਆਂ ਮਾਰੀਆਂ? 3 ਗੋਲੀਆਂ ਮਾਰੀਆਂ। ਫਿਰ ਪਰਚਾ ਵੀ ਹੋਇਆ ਸੀ? ਹਾਂਜੀ, ਸਾਰੇ ਨਾਲ ਪਰਚਾ ਵੀ ਮੇਰਾ ਕਰਾਇਆ ਹੈ। ਫੜਿਆ ਗਿਆ ਸਾ ਤੂੰ? ਨਹੀਂ ਗ੍ਰਿਫਤਾਰ ਸਰ, ਹੋਇਆ? ਉਸ ਤੋਂ ਬਾਅਦ ਸੁਲਹ ਹੋ ਗਈ ਸੀ ਸਾਡੀ। ਮਾਫੀ ਦੇਤੀ ਸੀ? ਹਾਂਜੀ, ਮਦਈ ਕੌਣ ਸੀ ਉਹਦੇ ਵਿੱਚ? ਮਦਈ ਉਹਦੇ ਵਿੱਚ ਸਰ ਇਰਫਾਨ ਹੀ। ਇਰਫਾਨ ਹੀ ਸੀ ਮਦਈ? ਹਾਂਜੀ ਇਰਫਾਨ ਨਾਲ ਫਿਰ ਤੇਰੀ ਸੁਲ੍ਹਾ ਹੋ ਗਈ? ਹਾਂਜੀ, ਸਾਰੇ ਨਾਲ ਫਿਰ ਸੁਲਹ ਹੋ ਫਿਰ ਤੂੰ ਗਈ। बीवी ਆਪਣੀ ਨੂੰ ਤਲਾਕ ਦੇ ਦਿੱਤੀ? ਹਾਂਜੀ ਸਰ, ਉਸ ਤੋਂ ਬਾਅਦ ਫਿਰ ਮੈਂ ਤਲਾਕ ਦੇ ਦਿੱਤੀ। ਉਸ ਤੋਂ ਬਾਅਦ ਮੇਰਾ ਕੋਈ ਇਹਦੇ ਵਿੱਚ ਨਹੀਂ ਹੈਗਾ, ਮੇਰੀ ਅੱਛਾ। ਕੋਈ ਲੜਾਈ ਨਹੀਂ ਹੈਗੀ। ਅੱਛਾ, ਤੇ ਉਹ ਜਿਹਦੇ ਨਾਲ ਤੂੰ ਫਾਇਰ ਕੀਤੇ ਸਨ ਉਹ ਗਨ ਲਾਇਸੈਂਸੀ ਸੀ? ਹਾਂਜੀ ਸਰ, ਉਹ ਲਾਇਸੈਂਸੀ ਸੀ, ਉਹ ਡਿਫੈਂਸ ਸੀ ਦਾ ਕੇਸ ਸੀ, ਉਹ ਕਲੀਅਰ ਹੋ ਗਿਆ ਸੀ। ਨਹੀਂ, ਲਾਇਸੈਂਸ ਤੇਰੇ ਨਾਮ ਦਾ ਸੀ? ਨਹੀਂ ਸਰ, ਫਿਰ ਲਾਇਸੈਂਸੀ ਕਿਸ ਤਰ੍ਹਾਂ? ਉਹ ਸਰ ਹੋ ਗਿਆ ਸੀ ਕਲੀਅਰ। ਅਸੀਂ ਕਲੀਅਰ ਤੇ ਹੋ ਗਿਆ ਸੀ, ਕਿਹਦੇ ਨਾਮ ਸੀ ਹਾਂਜੀ। ਲਾਇਸੈਂਸ? ਉਹ ਸਰ ਮੇਰੇ ਅੱਬੂ ਦੇ ਨਾਂ ਨੇ। ਅੱਬੂ ਦੀ ਪਿਸਤੌਲ ਨਾਲ ਮਾਰਿਆ? ਹਾਂਜੀ, ਤੇ ਕੰਮ ਕੀ ਕਰਨਾ ਹੈ? ਮੈਂ ਸਰ ਫੈਕਟਰੀ ਕੰਮ ਕਰਨਾ, ਨਾਲੇ ਕਬੱਡੀ ਖੇਡਣਾ। 2 ਮਹੀਨੇ ਹੋ ਗਏ ਮੇਰਾ ਚਬਾੜਾ ਟੁੱਟਾ ਹੋਇਆ ਸੀ ਅੱਛਾ ਤੇ ਮੈਂ ਘਰ ਬਿਮਾਰ ਸਾਂ ਅੱਛਾ ਤੇ ਮੇਰਾ ਨਜਾਇਜ਼ ਨਾਂ ਦੇ ਦਿੱਤਾ। ਅੱਛਾ, ਕਬੱਡੀ ਦਾ ਪਲੇਅਰ ਹੈ ਤੂੰ? ਹਾਂਜੀ, ਕਬੱਡੀ ਦਾ ਪਲੇਅਰ ਆ। ਮੈਂ ਟ੍ਰਾਇਲ ਦੇਣਾ ਸੀ ਆਰਮੀ 'ਚ ਅੱਛਾ ਤੇ ਮੈਨੂੰ ਇਹ ਸੱਟ ਲੱਗ ਗਈ, ਅੱਛਾ, ਇਹਦੀ ਵਜ੍ਹਾ ਤੋਂ ਨਹੀਂ ਦਿੱਤਾ ਗਿਆ। ਹੁਣ ਦੁਬਾਰਾ ਸ਼ਾਦੀ ਕਰ ਲਈ ਤੂੰ? ਨਹੀਂ ਸਰ, ਅਜੇ ਤੱਕ ਨਹੀਂ ਕੀਤੀ। ਹਜੇ ਨਹੀਂ ਕੀਤੀ? ਹਾਂਜੀ ਤੇ ਇਹਦੇ 'ਚ ਤੇਰਾ ਨਾਮ ਕਿਸ ਤਰ੍ਹਾਂ ਆਇਆ? ਸਰ, ਮੇਰਾ ਨਾਮ ਨਜਾਇਜ਼ ਦੇ ਦਿੱਤਾ, ਅੱਛਾ ਐਵੇਂ ਲੋਕਾਂ ਨੇ ਕਹਿ ਕੂ ਕੇ ਵਿੱਚ। ਅੱਛਾ ਮੇਰਾ ਇਹਦੇ ਵਿੱਚ ਕੋਈ ਕਿਰਦਾਰ ਨਹੀਂ। ਜਿਸ ਟਾਈਮ ਇਹ ਹੋਇਆ ਮੈਂ ਸਰ ਘਰ ਸੁੱਤਾ ਹਾਂ, ਮੇਰੀ ਅੱਛਾ। ਚਬਾੜੀ ਟੁੱਟੀ, ਮੈਂ 2 ਮਹੀਨੇ ਤੋਂ ਬਿਮਾਰ ਹਾਂ ਅੱਛਾ ਤੇ ਮੇਰਾ ਨਜਾਇਜ਼ ਇਹਨਾਂ ਨਾਂ ਦਿੱਤਾ। ਮੇਰਾ ਕੋਈ ਗੁਨਾਹ ਨਹੀਂ ਹੈਗਾ, ਮੇਰੇ ਨਾਲ ਨਜਾਇਜ਼ ਕੀਤੀ। ਤੇ ਇਹ ਕੀ ਲੱਗਦਾ ਤੇਰਾ? ਇਹ ਅਲੀ ਸਰ ਮੇਰੇ ਫੁੱਫੋ ਦਾ ਬੇਟਾ। ਫੁੱਫੋ ਦਾ ਬੇਟਾ ਹੈ? ਹਾਂਜੀ। ਇਰਫਾਨ ਦਾ ਵੀ ਰਿਸ਼ਤੇਦਾਰ ਹੈ? ਹਾਂਜੀ, ਇਹਦਾ ਇਰਫਾਨ ਚਾਚੂ ਲੱਗਦਾ। ਇਹਦਾ ਚਾਚੂ ਲੱਗਦਾ। हाँ भाई, क्या नाम है तुम्हारा? मेरा नाम गुलाम दस्तगीर है। गुलाम दस्तगीर, क्या करते हो? मैं होटल का काम करता हूँ। होटल है अपना डेरा चाल बेदियाँ रोड में। जहाँ पे इरफान का होटल है? हाँ जी, मेरा ही होटल है। इरफान मेरे पास इधर काम करता है। अच्छा,
तो जो पुलिस कहती है कि ये मंशियात बेचते हैं, तुम्हें पता है कि नहीं पता? ਮਨਸ਼ਾ ਸਰ ਜੀ ਵਾਲਦ ਸਾਹਿਬ ਵੇਚਦੇ ਸੀ, ਛੱਡ ਗਿਆ ਸੀ। ਉਹ ਹੋਟਲ ਤੇ ਸੀ, ਮੇਰੇ ਨਾਲ ਹੀ ਕੰਮ ਕਰਦੇ ਸੀ। ਮੈਂ किसके वालिद बेचते थे? ਮੇਰੇ ਵਾਲਦ ਸੀ ਇਕਰਾਮ ਸਾਹਿਬ। अच्छा। मैंने ਅੱਬੂ ਨੂੰ ਕਿਹਾ ਕਿ ਇਹ ਕੰਮ ਨਹੀਂ ਚੰਗਾ ਹੈਗਾ, ਹੱਕ ਲਾਲ ਦੀ ਰੋਜ਼ੀ ਰੋਟੀ ਕਮਾਣੇ। ਉਹਨੇ ਮੰਨ ਲਈ ਮੇਰੀ ਗੱਲ ਸਰ ਜੀ। ਉਹ ਫਿਰ ਮੇਰੇ ਨਾਲ ਉੱਥੇ ਹੋਟਲ 'ਤੇ ਰਿਹਾ। अच्छा। ਹੋਟਲ ਦੇ ਹੱਕ ਲਾਲ ਦੀ ਬੱਚਿਆਂ ਨੂੰ ਰੋਟੀ ਖਵਾ ਰਿਹਾ ਬੜੀ ਸੋਹਣੀ। ਤੇ ਇਹ ਬਸ ਕਾਸਮ ਜਿਹੜਾ ਸੀ ਨਾ, ਇਹਨੇ ਬਹੁਤ ਤੰਗ ਕਰਦਾ ਸੀ, ਬਦਮਾਸ਼ੀ 'ਚ ਪੈਰ ਰੱਖਦਾ ਸੀ। अच्छा। ਤੇ ਉਹ ਫੂਫਾਂ ਦੇ ਅਸੀਂ ਆਖਿਆ ਇਹਨੂੰ, ਇਹਦੇ ਵਾਲਦ ਸਾਹਿਬ ਨੂੰ ਆਖਿਆ, ਮੇਰੀ ਵਾਲਦਾ ਵੀ ਗਈ ਕਿ ਇਹਨੂੰ ਇੱਥੇ ਨਾ ਰੱਖੋ, ਪਿੰਡ ਦੇ ਵਿੱਚ ਬਾਹਰ ਕੱਢ ਦਿਓ। अच्छा। ਉਹਨਾਂ ਆਖਿਆ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲਓ। ਅਸੀਂ ਬਰਦਾਸ਼ਤ ਕਰਦੇ ਰਹੇ। 7-8 ਸਾਲ ਲੰਘ ਗਏ ਨੇ, ਇਹੋ ਹੀ ਢੰਡੀ ਰੋਣਾ ਰਿਹਾ। ਉਹਨੇ ਜਾਨ ਨਹੀਂ ਸਾਡੀ ਛੱਡੀ। अच्छा। ਮੁੰਡਿਆਂ ਨੂੰ ਲੈ ਕੇ ਸਾਡੇ ਹੋਟਲ ਅੱਗੇ ਖਲੋਇਓ, ਕਦੀ ਫਲਾਣੀ ਜਗ੍ਹਾ 'ਤੇ ਖਲੋਇਓ ਕਿ ਮੇਰਾ ਕੀ ਕਰ ਸਕਦੇ, ਫਲਾਣ ਮਾੜੇ ਬੰਦੇ ਹਾਂ, ਮਜ਼ਦੂਰੀ ਕਰਦੇ ਹਾਂ ਸਰ ਜੀ। ਇਹਨੇ ਬਹੁਤ ਪਰੇਸ਼ਾਨ ਤੰਗ ਕੀਤਾ ਸੀ। ਮੂੰਹ ਕਾਲਾ ਕਰਕੇ ਸਮਝ ਲਓ ਕਿ ਪਿੰਡ 'ਚ ਫਿਰਦੇ ਹਾਂ। अच्छा। ਮੇਰੀ ਸਿਸਟਰ ਦੇ ਨਾਲ ਇਹਨੇ ਜਾਸਤੀ ਕੀਤੀ ਸਰ ਜੀ। अच्छा। ਗਲਤ ਕੀਤਾ ਸਰ ਜੀ, ਇਹਨੇ ਜ਼ੁਲਮ ਕੀਤਾ ਹੈ। ਗੈਰਤ ਦਾ ਮਾਮਲਾ ਸਰ ਜੀ ਸਾਡਾ ਸਾਰਾ ਹੈ। ਹੋਰ ਸਾਨੂੰ ਕੋਈ ਲੋੜ ਹੈਗੀ ਸੀ ਸਰ ਜੀ ਇਹਨੂੰ ਮਾਰਨ ਦੀ, ਮਰਾਉਣ ਦੀ। ਤੇ ਤੇਰੀ ਸਿਸਟਰ ਇਹਦੇ ਨਾਲ ਜਿਹਦੀ ਸ਼ਾਦੀ ਹੋਈ ਸੀ, ਤੇਰੀ ਸਿਸਟਰ ਹਾਂਜੀ ਲੱਗਦੀ ਹੈ? ਮੇਰੀ ਸਿਸਟਰ ਲੱਗਦੀ ਸਰ ਜੀ। ਅੱਛਾ। ਤੇ ਉਹ ਆਪਣਾ ਉਹਨਾਂ ਦੀ ਦੁਬਾਰਾ ਸ਼ਾਦੀ ਕੀਤੀ ਤੁਸੀਂ? ਹਾਂਜੀ ਦੁਬਾਰਾ ਸ਼ਾਦੀ ਕੀ ਕੀਤੀ। ਕਹਿੰਦੀ ਸੀ ਕਿ ਕਿਉਂ ਤੰਗ ਕਰਦਾ ਹੈ, ਵਜ੍ਹਾ ਕੀ ਹੈ? ਇੰਨਾ ਪਤਾ ਨਹੀਂ ਸਰ ਬਦਮਾਸ਼ ਸੀ, ਜੀ। ਪੁਲਿਸ ਦੀ ਵਜ੍ਹਾ ਤੋਂ ਬਦਮਾਸ਼ੀ ਕਰਦਾ ਸੀ? ਪੁਲਿਸ ਦੀ ਵਜ੍ਹਾ ਡੋਲਫਿਨ ਦੇ ਵਿੱਚ ਹੈਗਾ ਸੀ ਸਰ ਜੀ। ਉਸ ਵਜ੍ਹਾ ਤੋਂ ਮੇਰਾ ਕੀ ਕਰ ਲੈਣਾ, ਮੈਂ ਡੋਲਫਿਨ 'ਚ ਮੁਲਾਜ਼ਮ ਆ। ਮੈਂ ਇਹਨਾਂ ਨੂੰ ਜਦੋਂ ਮਰਜ਼ੀ ਫੜਵਾ ਸਕਦਾ, ਫਲਾਣ ਕਰ ਸਕਦਾ। ਇਹ ਮਾੜੇ ਬੰਦੇ ਡਰਦੇ ਆ, ਮਜ਼ਦੂਰੀ ਕਰਨ ਲੱਗ ਪਏ, ਹੋਟਲ 'ਤੇ ਚਲੇ ਗਏ ਆ, ਆਪਣਾ ਕੰਮ ਸਰ ਜੀ ਕਰਨ ਲੱਗ ਪਏ। ਅਸੀਂ ਅੱਬੂ ਵਾਲਾ ਸਾਹਿਬ ਨੂੰ ਛੱਡ ਦਿੱਤਾ। ਵਾਲਾ ਸਾਹਿਬ ਨੇ ਗੱਲ ਮੰਨ ਲਈ, ਲਾਜਵਾਨ ਹੋ ਗਈ, ਛੱਡਤਾ ਸੀ ਉਹਨੇ ਕੰਮ। ਕਿੰਨੇ ਭੈਣ ਭਾਈ ਹੋ? ਪਰਚੇ ਵੀ ਹੈਗੇ ਨੇ 6 ਭੈਣ ਭਾਈ। ਅੱਛਾ। ਤੂੰ ਵੱਡਾ ਸਭ ਤੋਂ? ਹਾਂਜੀ 3 ਭੈਣਾਂ ਨੇ, 3 ਭਰਾ ਆ, ਛੋਟੇ ਨੇ ਭਰਾ ਮੇਰੇ। ਠੀਕ ਤੇ ਹੈ। ਮੈਂ ਆਪਣਾ ਘਰ ਚਲਾਇਆ ਸੀ ਇਸੇ ਇਹ ਕੰਮ ਦੇ ਵਿੱਚ ਮੈਂ ਨਹੀਂ ਪੈਰ ਰੱਖਦਾ। ਇਸ ਵੇਲੇ ਮਜ਼ਦੂਰੀ 800,000 ਰੁਪਇਆ ਲੈ ਕੇ ਆਪਣਾ ਮੈਂ ਘਰ ਚਲਾਇਆ ਸੀ। ਵਾਲਾ ਸਾਹਿਬ ਜੇਲ੍ਹ ਵੀ ਜਾਂਦੇ ਰਹਿਣ, 5-5 ਸਾਲ ਰਹਿੰਦੇ ਰਹੇ ਸਰ ਜੀ। ਮੈਂ ਇਸ ਚੀਜ਼ ਦੇ ਵਿੱਚ ਪੈਰ, ਮੈਂ ਦਿਹਾੜੀ ਕਰਕੇ 1000 ਰੁਪਇਆ ਤੇ ਖਾਂਦਾ ਰਿਹਾ ਆਪਣੀ ਮਾਲਦਾ ਨੂੰ, ਬੱਚਿਆਂ ਨੂੰ ਸਰ ਜੀ। ਹੋਟਲ ਦੀ ਸਫਾਈ ਕਰਦਾ ਰਿਹਾ। ਹੁਣ ਮੈਂ ਆਣ ਕੇ ਆਪਣਾ ਸਰ ਜੀ ਹੋਟਲ 'ਚ ਬਣਾਈ ਸੀ ਮੇਰਾ, ਉਹਦੇ ਨਾਲ ਰਲ ਕੇ ਮੈਂ ਫਿਰ ਪਾਰਟਨਰਸ਼ਿਪ ਕਰ ਲਈ। ਅੱਲਾਹ ਪਾਕ ਨੇ ਬੜਾ ਸੋਹਣਾ ਨਿਜ਼ਾਮ, ਬੇਦੀਆਂ ਰੋਡ ਤੇ ਸਰ ਜੀ, ਮੇਨ ਦੇ ਉੱਤੇ ਡੇਰਾ ਚਾਲ ਦੇ ਸਾਹਮਣੇ। ਤੇ ਤੇਰੇ ਵਾਲਿਦ ਮਨਸ਼ਿਆਤ ਵੇਚਦੇ ਸਨ ਤੇ ਉਹ ਕਦੀ ਉਹਨੇ ਵੀ ਪੁਲਿਸ ਵਾਲਿਆਂ ਦੇ ਜ਼ਰੀਏ ਫੜਵਾਇਆ ਉਹਨੂੰ? ਨਹੀਂ ਸਰ ਕਾਸਮ ਜੀ, ਨੇ? ਨਹੀਂ ਫੜਵਾਇਆ ਸਰ ਜੀ। ਇਹਨੇ ਉਹਨਾਂ ਦਾ ਦੇ ਪਰਚੇ ਹੈਗੇ ਸੀ ਵਾਲਾ ਸਾਹਿਬ ਤੇ, ਨਹੀਂ ਫੜਵਾਇਆ। ਮਾੜੇ ਬੰਦੇ ਤਾਂ ਇਹਨੇ ਗੁੰਜਾਇਸ਼ ਹੀ ਨਹੀਂ ਹੈਗੀ ਕਿ ਬੰਦਾ ਫੜਾ ਸਕੇ, ਕਿ ਕਹਿ ਸਕੇ ਕਿਸੇ ਨੂੰ। ਤੇ ਵਾਲਿਦ ਤੇਰੇ ਦੇ ਨਾਲ ਹੋਰ ਕੌਣ ਮਨਸ਼ਿਆਤ ਦਾ ਕੰਮ ਕਰਦਾ ਸੀ? ਕੋਈ ਵੀ ਨਹੀਂ ਸਰ ਜੀ ਕਰਦਾ ਸੀ। ਸਿਰਫ ਵਾਲਿਦ ਵਾਲਾ ਸਾਹਿਬ ਸੀ ਤੇ ਉਹ ਵੀ ਛਡਵਾ ਦਿੱਤਾ ਸੀ ਸਰ ਜੀ। ਪਰਚੇ ਹੈ ਸਨ ਵਾਲਿਦ ਦੇ? ਹਾਂਜੀ ਹੈ ਸੀ। ਉਹ ਵੀ ਮਜਬੂਰੀ ਨੂੰ ਕਰਦਾ ਸੀ। ਭੈਣਾਂ ਜਵਾਨ ਸੀ, ਭੈਣ ਸੀ ਜਵਾਨ, ਭਰਾ ਸੀ ਉਹਦੇ ਆਪਣੀਆਂ ਭੈਣਾਂ ਦੀ ਜਵਾਨ। ਮਜਬੂਰੀ ਦੇ ਵਾਸਤੇ ਕਿ ਕੋਈ ਅੱਗਾ ਨਾ ਕੋਈ ਪਿੱਛਾ ਨਾ ਕੋਈ ਪੈਲੀ ਨਾ ਕੋਈ ਬੰਨਾ, ਉਹਦੀ ਵਿਆਹ ਕਰਨ ਲੱਗਾ। ਭੈਣਾਂ ਭਰਾ ਜਵਾਨ ਸੀ, ਗਲੀਆਂ 'ਚ ਲੱਗੇ ਫਿਰਦੇ, ਉਹਨਾਂ ਨੂੰ ਵਿਆਹਿਆ ਸਰ ਜੀ ਉਹਨੇ। ਤੇ ਕਾਸਮ ਨੂੰ ਮਾਰਨ ਦਾ ਜਦੋਂ ਪਲਾਨ ਬਣਿਆ ਤੇਰੇ ਇਲਮ ਵਿੱਚ ਸੀ? ਨਹੀਂ ਸਰ ਜੀ, ਮੈਂ ਹੋਟਲ ਤੇ ਸਫਾਈ ਕਰਕੇ ਨਾ ਸਰ ਜੀ ਮੈਂ ਸੌ ਗਿਆ ਸੀ ਉੱਥੇ। 1 ਵਜੇ ਸਰ ਜੀ ਮੈਂ ਸਵੇਰ ਉੱਠਦਾ, 6 ਵਜੇ ਉੱਠਦਾ, ਰਾਤ ਨੂੰ 1 ਵਜੇ ਸਰ ਜੀ ਮੈਂ ਸੌ ਜਾਂਦਾ ਉੱਥੇ। ਉੱਥੇ ਹੀ ਉੱਠਣਾ ਤੇ ਉੱਥੇ ਹੀ ਕੰਮ ਆਪਣਾ ਸ਼ੁਰੂ ਕਰ ਲੈਣਾ ਹੈ। ਮਿਹਨਤ ਕਰੀ ਦੀ ਸਰ ਜੀ, ਹੱਕ ਲਾ ਤੇਰੇ ਵਾਲਿਦ ਨੂੰ ਪਤਾ ਸੀ? ਵਾਲਦ ਨੂੰ ਨਹੀਂ ਸੀ ਪਤਾ ਸਰ ਸਿਰਫ ਜੀ। ਚਾਚੇ ਨੇ ਕੰਮ ਮਸਜਿਦ ਕੀਤਾ? ਕੋਲ ਮਾਨੀ ਕਰਾਣੀ ਸਰ ਜੀ, ਵਾਲਦ ਸਾਹਿਬ ਨੂੰ ਨਹੀਂ ਪਤਾ, ਚਾਚੂ ਨੇ ਕੀਤਾ ਸਰ ਜੀ। ਇਹਨੇ ਕਿਸੇ ਨੂੰ ਨਹੀਂ ਦੱਸਿਆ ਸਰ ਜੀ। ਅੱਛਾ। ਉੱਥੇ ਵਾਲਦ ਸਾਹਿਬ ਕੋਲ ਹੀ ਬੈਠੇ ਨੇ, ਮੈਂ ਹੋਟਲ ਵਾਲਦ ਸਾਹਿਬ ਦੇ ਕੋਲ ਹੀ ਸੌਂ ਗਿਆ। ਮੈਂ ਵਾਲਦ ਸਾਹਿਬ ਆਏ ਨੇ, ਲੱਖ ਰੁਪਈਆ ਮਾਸ਼ਾਅੱਲਾ ਸੇਲ ਹੁੰਦੀ ਸੀ ਤੇ ਉਹਦੇ ਵਿੱਚੋਂ ਕੋਈ 5-10 ਹਜ਼ਾਰ ਰੁਪਇਆ ਬਚ ਜਾਂਦਾ ਸੀ ਸਾਰਾ, ਡਿਮਾਂਡ ਮੂੰਹ ਦਾ ਖਰਚਾ ਕੱਢ ਕੇ ਇਹਨਾਂ ਦਾ। ਉਹ ਵਾਲਦ ਸਾਹਿਬ ਹਿਸਾਬ ਕਰਨ ਦਾ ਬਹਿ ਕੇ ਮੈਂ ਕੋਲ ਥੱਕਿਆ ਸੌ ਗਿਆ ਸੀ। ਮੇਰੀ ਹਫਤਾ ਸਰ ਜੀ ਸਮਝ ਲਓ ਕਿ ਨੀਂਦਰ ਹੀ ਨਹੀਂ ਪੂਰੀ ਹੁੰਦੀ, ਇਕੱਲਾ ਉੱਥੇ ਕੰਮ ਸੰਭਾਲਣਾ। ਤੇ ਇਹ ਦੱਸ ਕੇ ਕਾਸਮ ਨੂੰ ਮਾਰਨਾ ਠੀਕ ਅਮਲ ਸੀ? ਚਾਚੇ ਹਾਂਜੀ ਨੇ ਸਰ ਸਹੀ ਜੀ, ਮਾਰਿਆ? ਬਿਲਕੁਲ ਸਹੀ ਮਾਰਿਆ ਸੀ। ਕਾਸਮ ਨੂੰ ਵਾਲਾ ਸਾਹਿਬ ਨੂੰ ਕਿਹਾ ਸੀ ਕਿ ਇਹਨੂੰ ਨਾ ਪਿੰਡ 'ਚ ਰੱਖੋ, ਸਾਨੂੰ ਤੰਗ ਕਰਦਾ। ਉਹ ਨਾ ਕੋਈ ਨਵਾਂ ਕੋਈ ਛੂਟ ਜਾਏ, ਕੋਈ ਗੈਰਤ ਦਾ ਮਾਮਲਾ ਹੁੰਦਾ ਸਰ ਜੀ ਸਾਹਮਣੇ ਆਵੇ, ਫਿਰ ਖੂਨ ਜਿਹੜਾ ਨਾ ਫੋਲਦਾ। ਗੈਰਤ ਦੇ ਸਿਰ ਤੇ ਸਰ ਜੀ ਇੱਥੇ ਦੁਨੀਆ ਤੇ ਲੱਗੇ ਫਿਰਨੇ, ਜਿਹਦੀ ਦੁਨੀਆ ਤੇ ਗੈਰਤ ਇੱਜ਼ਤ ਨਹੀਂ ਰਹਿਣੀ, ਉਹਦਾ ਕੀ ਫਾਇਦਾ ਦੁਨੀਆ ਤੇ ਰਹਿਣ ਦਾ? ਕੋਈ ਫਾਇਦਾ ਨਹੀਂ ਹੈਗਾ ਸਰ ਜੀ। डॉल्फिन पुलिस के एहलकार कासिम के वालिद और उसके मुकदमे के मुद्दई जो हैं वो हमारे साथ हैं और उसका चंद साल का बेटा भी हमारे साथ मौजूद है। बुजुर्गों, बड़ा अफसोसनाक होया वाक़या, किस तरह होया? ਜੀ ਵਕੂਆ ਤਾਂ ਇਸ ਤਰ੍ਹਾਂ ਹੋਇਆ ਕਿ ਡਿਊਟੀ ਤੋਂ ਵਾਪਸ ਆਏ ਨੇ ਤੇ ਵੱਡੇ ਭਾਈ ਨੂੰ ਦਰਵਾਜ਼ੇ ਕੇ ਉਤਾਰਤਾ ਤੇ ਇੱਕ ਲੜਕਾ ਹੋਰ ਸੀ ਨਾਲ, ਉਹਨੂੰ ਅੱਗੇ ਛੱਡਣ ਗਿਆ ਉਹਦੇ ਘਰ। ठीक है। ਇਹ ਆਪਣੇ ਦਰਵਾਜ਼ੇ ਕੇ ਖੜਾ ਹੈ, ਉਹਨੂੰ ਛੱਡ ਕੇ ਉਹ ਵਾਪਸ ਆਇਆ। ਜਦੋਂ ਵਾਪਸ ਆਇਆ ਤੇ ਇਹਨਾਂ ਨੇ ਅੱਗੇ ਕਿਤੇ ਉੱਥੇ ਲੋਕ ਕੇ ਬੈਠੇ ਸੀ, ਇਹਨਾਂ ਨੇ ਫਾਇਰਿੰਗ ਕਰ ਦਿੱਤੀ
ਫਾਇਰਿੰਗ ਕਰਕੇ ਮਾਰ ਦਿੱਤਾ। ਕਾਸਮ ਯੂਨੀਫਾਰਮ ਵਿੱਚ ਸੀ, ਡੋਲਫਨ ਪੁਲਿਸ ਦੀ ਯੂਨੀਫਾਰਮ ਵਿੱਚ ਹਾਂ ਸੀ, ਯੂਨੀਫਾਰਮ। ਇਹ ਡਿਊਟੀ ਤੋਂ ਵਾਪਸ ਆ ਰਿਹਾ। ਕਾਰ ਵਾਪਸ ਆ ਰਿਹਾ ਘਰ ਸੀ ਵਾਪਸ ਡਿਊਟੀ ਆ ਕਰਕੇ। ਹਾਂਜੀ। ਠੀਕ ਹੈ। ਅੱਛਾ, ਇਹ ਮੁਲਜ਼ਮ ਜਿਹੜੇ ਨੇ 4 ਗ੍ਰਿਫਤਾਰ ਨੇ, 5ਵਾਂ ਫਰਾਰ ਹੈਗਾ, ਇਹਨਾਂ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਵੀ ਹੈ? ਆਹ ਦੋ ਹੈ ਰਿਸ਼ਤੇਦਾਰੀ, ਲੇਕਿਨ ਹੁਣ ਕਾਹਦੀ ਰਿਸ਼ਤੇਦਾਰੀ ਰਹਿ ਗਈ? ਜਦੋਂ ਇਹ ਸਾਥੀ ਘਰ ਪਹੁੰਚ ਗਿਆ ਤਾਂ ਰਿਸ਼ਤੇਦਾਰੀ ਕਾਹਦੀ ਰਹਿ ਗਈ? ਯਕੀਨਨ। ਹਾਂਜੀ। ਅੱਛਾ, ਇਹਨਾਂ ਨਾਲ ਅਦਾਵਤ ਕੀ ਸੀ ਕਾਸਿਮ ਦੀ? ਉੱਤੇ ਆਪ ਸੁਣਿਆ ਕਿ ਬਿਲਕੁਲ ਸਿੱਧਾ ਸਿੱਧਾ ਕੰਮ ਕਰਦਾ ਸੀ, ਆਪਣੀ ਨੌਕਰੀ ਕਰਦਾ ਸੀ, ਤੇ ਇਹਨਾਂ ਦੀ ਅਦਾਵਤ ਕੀ ਸੀ ਇਹਨਾਂ ਨਾਲ? ਅਦਾਵਤ ਤੇ ਸਾਡੀ ਕੋਈ ਨਹੀਂ ਇਹਨਾਂ ਨਾਲ ਵੀ, ਕਿਸੇ ਕਿਸਮ ਦੀ। ਠੀਕ ਹੈ। ਲੇਕਿਨ ਇਹ ਹੈ ਕਿ ਇਹਨਾਂ ਦਾ ਜਿਹੜਾ ਨਾ ਮਨਸ਼ਿਆਤ ਦਾ ਧੰਦਾ ਹੈ। ਅੱਛਾ। ਮਨਸ਼ਿਆਤ ਵੇਚਦੇ ਨੇ। ਉਹਨੇ ਇੱਕ ਦੋ ਇਹਨਾਂ ਨੂੰ ਕਿਹਾ ਵੀ ਹੈ ਕਿ ਛੱਡ ਦਿਓ, ਦਫਾ ਕਰੋ, ਪਰ ਕੋਈ ਕੰਮ ਕਰੋ, ਇਹ ਕਿਤੇ ਚੱਕਰ ਹੀ ਪਾਇਆ ਜੀ। ਉਹ ਫਿਰ ਥੋੜ੍ਹੇ ਜਿਹਾ ਨਾ ਹਕੂਮਤ ਨੇ ਥੋੜ੍ਹੀ ਸਖਤੀ ਕੀਤੀ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੂੰ ਨਾ ਉਸ ਸਖਤੀ ਦੇ ਵਿੱਚ ਆ ਕੇ ਇਹਨਾਂ ਨੂੰ ਇੱਕ ਦੋ ਰੇਟਾਂ ਹੋਈਆਂ ਨੇ। ਇਹਨਾਂ ਨੇ ਇਲਜ਼ਾਮ ਲਾਇਆ ਕਿ ਕਾਸਮ ਸਾਨੂੰ ਰੇਟਾਂ ਕਰਾ ਰਹੇ। ਅੱਛਾ। ਤੇ ਵੈਸੇ ਡਿਊਟੀ ਜਿਹੜੀ ਨਾ ਅੱਗੇ ਵੀ ਉਹਦੀ ਇੱਕ ਦੋ ਵਾਰ ਆਈ ਇੱਥੇ, ਲੇਕਿਨ ਉਹਨੇ ਇੱਥੇ ਡਿਊਟੀ ਨਹੀਂ ਸੀ ਕਰਦੇ, ਉਹ ਡਿਊਟੀ ਲਾਉਂਦਾ ਸੀ ਉੱਧਰ, ਕਿ ਨਾ ਮੈਂ ਇੱਧਰ ਹੋਵਾਂ ਤੇ ਨਾ ਮੈਨੂੰ ਕੋਈ ਪੁੱਛੇ। ਠੀਕ ਹੈ। ਲੇਕਿਨ ਹੁਣ ਉਹਦੀ ਡਿਊਟੀ ਥਾਣੇ ਸੀਜ ਆ ਗਈ ਸੀ। ਡਿਫੈਂਸ ਸੀ ਦੇ ਵਿੱਚ ਆ ਗਈ। ਡਿਫੈਂਸ ਸੀ ਦੇ ਵਿੱਚ ਆ ਗਈ। ਤੇ ਉਹ ਇਸ ਵਜ੍ਹਾ ਤੋਂ ਇਹਨਾਂ ਨੇ ਇਹੋ ਹੀ ਸਮਝਿਆ ਕਿ ਸਾਨੂੰ ਰੇਟਾਂ ਇਹ ਹੀ ਕਰਾਉਣ ਲਿਆ ਹੈ। ਅੱਛਾ। ਇਹ ਸਾਨੂੰ ਫੜਾ ਰਿਹਾ, ਇਸ ਵਜ੍ਹਾ ਸਿਰਫ ਹੱਥ ਨਾ ਦੇਣਾ। ਠੀਕ ਹੈ। ਅੱਛਾ, ਇਹ ਦੱਸੋ ਕਿ ਇੱਕ ਇਲਜ਼ਾਮ ਮੁਲਜ਼ਮਾਨ ਦੀ ਤਰਫ ਤੋਂ ਆ ਰਿਹਾ ਹੈ, ਲੇਕਿਨ ਪੁਲਿਸ ਦੀ ਇਨਵੈਸਟੀਗੇਸ਼ਨ ਇਹੀ ਕਹਿ ਰਹੀ ਹੈ, ਜੋ ਤੁਸੀਂ ਗੱਲ ਦੱਸ ਰਹੇ ਹੋ ਕਿ ਇਹ ਮਨਸ਼ਿਆਤ ਦਾ ਕੰਮ ਕਰਦੇ ਨੇ, ਉਹ ਰਿਕਾਰਡ ਯਾਫਤਾ ਨੇ, ਥਾਣੇ 'ਚ ਇਹਨਾਂ ਦੇ 9C ਦੇ ਔਰ ਦੂਸਰੀ ਦਫਾਤ ਦੇ ਤਹਿਤ ਮੁਕੱਦਮੇ ਵੀ ਦਰਜ ਨੇ, ਲੇਕਿਨ ਇਹ ਕਹਿੰਦੇ ਨੇ ਕਿ ਸਾਡਾ ਕੋਈ ਇਹਨਾਂ ਨਾਲ ਗੈਰਤ ਦਾ ਮਾਮਲਾ ਸੀ ਔਰ ਅਸੀਂ ਮੁਕੱਦਮਾ ਵੀ ਡਿਫੈਂਸ ਸੀਜ ਕਰਵਾਇਆ ਸੀ ਕਾਸਿਮ ਦੇ ਖਿਲਾਫ। ਇਹ ਕੀ ਮਾਮਲਾ ਹੈ? ਸਭ ਝੂਠ ਬੋਲਦੇ ਨੇ ਇਹਨਾਂ ਨੇ। ਮੁਸਤਕੇ ਬਿਲਕੁਲ ਝੂਠ ਬੋਲਦੇ ਨੇ। ਇਹਨਾਂ ਨੂੰ ਆਪਣੀ ਇੱਜ਼ਤ ਦਾ ਵੀ ਸਾਥ ਨਹੀਂ ਹੈਗਾ ਕਿ ਮੁਸਤਕੇ ਚੁੱਕ ਕੇ ਲਗੇ। ਹੁਣ ਜਿੱਥੇ ਵੀ ਪੇਸ਼ ਹੁੰਦੇ ਨੇ, ਜਾ ਕੇ ਕਿਸੇ ਅਫਸਰ ਕੋਲ ਜਾਂਦੇ ਨੇ, ਉੱਥੇ ਜਾ ਕੇ ਰੋਣਾ ਪਿੱਟਣਾ, ਬੁੱਢੀਆਂ ਨਾਲ ਲੈ ਗਏ, ਬੀਬੀਆਂ ਨਾਲ ਲੈ ਗਏ, ਮੁਸਤਕੇ ਧੀਆਂ ਭੈਣਾਂ ਨੂੰ ਲੈ ਗਏ, ਉੱਥੇ ਜਾ ਕੇ ਰੋਏ ਪਿੱਟੇ, ਜਾ ਕੇ ਸਾਡੇ ਨਾਲ ਇੰਝ ਹੋ ਗਿਆ, ਸਾਡੇ ਨਾਲ ਇੰਝ ਹੋ ਗਿਆ, ਆਪਣੀ ਬਚਾਓ ਵਾਸਤੇ। ਹੋਰ ਕੋਈ ਮਸਲਾ ਨਹੀਂ ਹੈ, ਸਭ ਝੂਠ ਬੋਲ ਰਹੇ। ਠੀਕ ਹੈ। ਅੱਛਾ, ਦੱਸੋ ਕਿ ਕਾਸਿਮ ਸਮੇਤ ਤੁਹਾਡੇ ਕਿੰਨੇ ਹੋਰ ਬੱਚੇ ਨੇ? ਕਾਸਿਮ ਸਮੇਤ ਜੀ ਮੇਰੇ ਹੈਗੇ ਨੇ 4 ਬੇਟੇ ਸਨ, ਜਿਹੜੇ ਇੱਕ ਫੌਤ ਹੋ ਗਿਆ ਤੇ 3 ਨੇ ਵੱਡੇ। ਅੱਛਾ। ਔਰ ਕਾਸਿਮ ਸ਼ਾਦੀशुदा ਸੀ? ਹਾਂਜੀ, ਸ਼ਾਦੀ ਕਿੰਨੇ ਅਰਸਾ ਪਹਿਲੇ ਉਹਦੀ ਸ਼ਾਦੀ ਹੋਈ ਔਰ ਬੱਚੇ ਕਿੰਨੇ ਨੇ ਉਹਦੇ? ਤਕਰੀਬਨ 6 ਸਾਲ ਹੋ ਗਏ ਨੇ ਸ਼ਾਦੀ ਹੋਈ। ਅੱਛਾ, 6 ਸਾਲ। ਇਹ ਬੱਚਾ ਉਹਦਾ, ਠੀਕ ਹੈ। ਇੱਕ ਬੱਚੀ, ਇੱਕ ਬੱਚਾ। ਬੱਚੀ ਜਿਹੜੀ ਇਹਦੀ ਉਮਰ ਤਕਰੀਬਨ 5 ਸਾਲ ਹੈ। ਠੀਕ ਹੈ। ਤਕਰੀਬਨ ਇਸ ਤੋਂ ਥੱਲੇ ਹੋ ਸਕਦੀ, ਉੱਤੇ ਨਹੀਂ ਜਾ ਸਕਦੀ। ਤੇ ਬੱਚੀ ਜਿਹੜੀ ਉਹ 6 ਮਹੀਨੇ ਦੀ। ਅੱਛਾ। ਔਰ ਵਾਲਿਦ ਦੇ ਕੰਧਿਆਂ ਤੇ ਜਵਾਨ ਬੇਟੇ ਦੀ ਮਈਤ ਤੇ ਬੜਾ ਅਫਸੋਸਨਾਕ ਹੁੰਦਾ ਹੈ, ਬੜੀ ਤਕਲੀਫ ਹੁੰਦੀ ਹੈ। ਕੋਈ ਤਕਲੀਫ ਤੇ ਹੈਗੀ ਹੈ ਜਿਹਦੀ ਕਹਤੇ ਕੀ ਕਰੇ। ਜਿਸ ਦਿਨ ਘਰੋਂ ਗਿਆ ਮੁਲਾਕਾਤ ਹੋਈ ਸੀ। ਆਇਆ ਜ਼ਰੂਰ ਸੀ, ਮੈਂ ਸੁੱਤਾ ਸਾਂ ਦੁਪਹਿਰ ਅੱਛਾ। ਬੈਗ ਮੇਰੇ ਕੋਲ ਚੱਕ ਤਾ। ਬੱਚੇ ਤੇ ਬਹੁਤ ਛੋਟੇ ਨੇ, ਯਾਦ ਕਰਦੇ ਨੇ ਪਿਓ ਨੂੰ? ਕਰਦੇ ਨੇ, ਕਿਉਂ ਨਹੀਂ ਕਰਦੇ। ਤੁਸੀਂ ਇਹ ਦੱਸੋ ਕਿ ਕੋਈ ਅਪੀਲ ਕਰਨਾ ਚਾਹੋਗੇ, ਕਿਉਂਕਿ ਬੱਚੇ ਤੁਹਾਡੇ ਪੁਲਿਸ ਵਿੱਚ ਵੀ ਨੇ, ਪੁਲਿਸ ਕਿੰਨਾ ਤਾਵਨ ਕਰ ਰਹੀ ਹੈ ਔਰ ਕੋਈ ਪੁਲਿਸ ਦਾ ਵੱਲੋਂ ਤੁਹਾਨੂੰ ਮੁਕੰਮਲ ਤਾਵਨ ਹੋ ਰਿਹਾ, ਕੋਈ ਅਪੀਲ ਕਰਨਾ ਚਾਹੋਗੇ ਵਜ਼ੀਰ ਆਲਾ ਪੰਜਾਬ ਨੂੰ, IG ਪੰਜਾਬ ਨੂੰ? ਮਕਸਦ ਇਹ ਕਹਿਣ ਦਾ ਮੇਰਾ ਕਿ ਪੁਲਿਸ ਸਾਡੇ ਨਾਲ ਬਿਲਕੁਲ ਸਹੀ ਤਾਵਨ ਕਰ ਰਹੀ ਹੈ। ਇਹਨਾਂ ਨੇ ਮਕਸਦ ਇਹ ਹੈ ਕਿ ਜੋ ਵੀ ਕੁਝ ਉਹ ਕਰ ਰਹੀ ਨੇ, ਪੁਲਿਸ ਹੀ ਕੀਤਾ ਹੈ। ਜਿੱਥੇ ਉਹਨਾਂ ਸਾਨੂੰ ਬੁਲਾਇਆ ਹੈ ਨਾ, ਇੱਥੇ ਆ ਜਾਓ, ਅਸੀਂ ਉੱਥੇ ਚਲੇ ਗਏ। ਉਸ ਤੋਂ ਬਾਅਦ ਸਾਡਾ ਕੋਈ ਕਿਰਦਾਰ ਨਹੀਂ।
ਨਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਰੇਟ ਕਰੋ, ਇਹਨਾਂ ਨੂੰ ਫੜੋ, ਜਾਂ ਅਸੀਂ ਉਹਨੂੰ ਕਿਸੇ ਵੀ ਪਾਸੇ ਅਸੀਂ ਨਹੀਂ ਗਏ। ਉਹਨਾਂ ਨੇ ਬੁਲਾਇਆ, ਇੱਕ ਦੋ ਵਾਰ ਥਾਣੇ ਅਸੀਂ ਗਏ ਚਲੇ। ਉਹਦੇ ਨੂੰ ਤੁਹਾਨੂੰ ਪਤਾ ਹੀ, ਉਹ ਦਿਨ ਮਸੇ CCP ਉਹਦੇ ਕੋਲ ਗਏ ਆ, ਉਹ ਵੀ ਉਦੋਂ ਬੁਲਾਇਆ ਸੀ ਤੇ ਅਸੀਂ ਗਏ। ਸਹੀ। ਮੈਂ ਕਿਸੇ ਕੋਲ ਨਹੀਂ ਗਿਆ। SSP ਸਾਹਿਬ ਨੇ ਬੁਲਾਇਆ ਸੀ, ਉਹਨਾਂ ਕੋਲ ਵੀ ਗਿਆ ਤਾਂ ਉਹਨਾਂ ਵੀ ਹੌਸਲਾ ਅਫਜ਼ਾਈ ਕੀਤੀ ਸੀ। SP ਸਾਹਿਬ ਕੋਲ ਗਏ, ਉਹਨਾਂ ਵੀ ਸਾਡੀ ਹੌਸਲਾ ਅਫਜ਼ਾਈ ਕੀਤੀ। SP ਡੋਲਫਨ ਕੋਲ ਉਹਨਾਂ ਨੇ ਬੁਲਾਇਆ, ਉਹਨਾਂ ਕੋਲ ਵੀ ਗਏ ਅਸੀਂ, ਉਹਨਾਂ ਨੇ ਵੀ ਹੌਸਲਾ ਅਫਜ਼ਾਈ ਕੀਤੀ ਕਿ ਸਾਡਾ ਜਵਾਨ ਸ਼ਹੀਦ ਹੋਇਆ, ਤੁਹਾਡਾ ਬੇਟਾ ਸ਼ਹੀਦ ਹੋਇਆ, ਸਾਡਾ ਜਵਾਨ ਸ਼ਹੀਦ ਨਾ ਕੀਤਾ। ਉਹਨਾਂ ਹੌਸਲਾ ਅਫਜ਼ਾਈ ਕੀਤੀ, ਅਸੀਂ ਚੁੱਪ ਕਰ ਬਹਿ ਗਏ। ਹੁਣ ਇੱਥੇ ਸਾਨੂੰ ਹੈਗਾ ਖਤਰਾ ਹੈ। ਅੱਛਾ। ਸਾਨੂੰ ਹੁਣ ਪਿੰਡ ਰਹਿਣਾ ਖਤਰਾ ਹੈ ਸਾਨੂੰ। ਅੱਛਾ। ਕਿਉਂਕਿ ਹੁਣ ਆਏ ਨਾ ਮੋਸੇ ਕੇ ਬੱਚੇ ਜਿਹੜੇ ਨੂੰ ਮੈਂ ਸਾਈਡ ਤੇ ਕੀਤੇ ਨੇ, ਕਿਉਂਕਿ ਇਹਨਾਂ ਦੇ ਦਿਨ ਜਿਹੜੇ ਨੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੇ ਦਿਨਾਂ ਦੇ ਵਿੱਚ ਕੁਝ ਇਹੋ ਚੀਜ਼ ਪਵੇ ਆਵੇ। ਤੇ ਹੁਣ ਵੀ ਹੈਗਾ ਕਿ ਅਗਰ ਦਿਨ ਜਾਂਦੇ ਆਉਂਦੇ ਜਾਂਦੇ। ਅੱਛਾ, ਖਤਰਾ ਤੁਹਾਨੂੰ ਇਹਨਾਂ ਕੋਲ ਹੀ ਇਹ ਜਿਹੜੇ ਮੁਲਜ਼ਮਾਨ ਗ੍ਰਿਫਤਾਰ ਉਹ ਤੇ ਗ੍ਰਿਫਤਾਰ ਹੋ ਚੁੱਕੇ ਨੇ? ਗ੍ਰਿਫਤਾਰ ਹੋ ਚੁੱਕੇ ਨੇ, ਪਿੱਛੇ ਬਤੇਰਾ ਕੁਛ ਹੈਗਾ ਜੀ। ਅੱਛਾ, ਕੋਈ ਤੁਹਾਨੂੰ ਧਮਕੀਆਂ ਵੀ ਮਿਲ ਰਹੀਆਂ ਨੇ, ਕੋਈ ਇਸ ਤਰ੍ਹਾਂ ਦਾ ਪੈਗਾਮ ਵੀ ਮਿਲ ਰਿਹਾ? ਨਹੀਂ, ਜਦੋਂ ਧਮਕੀ ਸਾਹਮਣੇ ਆ ਕੇ ਦੇਵੇ ਤਾਂ ਮੈਂ ਉਹਨੂੰ ਧਮਕੀ ਸਮਝਦਾ ਵਾ। ਜਿਹੜੇ ਲੋਕਾਂ ਨੇ ਦੱਸੀ ਗੱਲ ਹੈ ਨਾ, ਉਹਨੂੰ ਮੈਂ ਧਮਕੀ ਨਹੀਂ ਸਮਝਦਾ। ਲੋਕਾਂ ਦੇ ਜ਼ਰੀਏ ਪੈਗਾਮ ਮਿਲੇ ਨੇ, ਕੀ ਕਹਿੰਦੇ ਨੇ? ਵੀ ਉਹਨਾਂ ਕੋਲ ਬਚ ਕੇ ਰਹਿਣਾ ਜੀ, ਇੱਥੇ ਤੱਕ ਪਹੁੰਚ ਗਏ, ਅਗਰ ਉਹ ਇਹ ਕੰਮ ਕਰਦੇ ਨੇ ਤਾਂ ਅੱਗੇ ਵੀ ਚੱਲ ਸਕਦੇ ਨੇ। ਦੂਸਰੇ ਨੰਬਰ ਤੇ ਹੈਗਾ 2 ਮੁझसे ਇੱਕ ਕੈਸਰ ਔਰ ਇੱਕ ਮੈਂ ਖੁਦ, ਕਿਉਂਕਿ ਮੌਕੇ ਦਾ ਗਵਾਹ ਹੋਏ, ਮੈਂ ਮਦਈ ਹਾਂ। ਹੁਣ ਵੀ ਸੁਣਨ ਅੰਦਰ ਆਉਂਦੀ ਪਈ ਕਿ ਤੁਸੀਂ ਆਪਣਾ ਆਪ ਸੰਭਾਲ ਕੇ ਰੱਖਣਾ, ਠੀਕ ਹੈ, ਆਪਣਾ ਉਹਨੂੰ ਬਚੋ, ਅੰਦਰ ਬਾਹਰ ਘੱਟ ਜਾਓ, ਨਹੀਂ ਕਰੋ, ਇਹ ਕਰੋ। ਬਹਰਹਾਲ ਜੋ ਅੱਲਾ ਕਰੇ। ਅਸੀਂ ਅਜੇ ਤੱਕ ਨਾ ਕਿਸੇ ਦੇ ਕੋਈ ਸ਼ਿਕਾਇਤ ਕੀਤੀ, ਸਿਰਫ ਮਹਿਕਮਾ ਕਰ ਰਿਹਾ ਜੋ ਕੋਈ ਕਰ ਰਿਹਾ, ਠੀਕ ਹੈ, ਮੁਲਾਜ਼ਮ ਹੀ ਕਰ ਰਿਹਾ। ਠੀਕ ਹੈ। ਅੱਛਾ, ਤੁਸੀਂ ਅਗਰ ਤੁਹਾਨੂੰ ਪੈਗਾਮ ਮਿਲ ਰਹੇ ਨੇ ਜਾਂ ਤੁਹਾਨੂੰ ਜਾਨ ਦਾ ਖਤਰਾ ਵੀ ਲੱਗ ਰਿਹਾ ਹੈ ਤੇ ਤੁਸੀਂ ਕੋਈ ਪੁਲਿਸ ਹੁਕਾਮ ਨੂੰ ਇਸ ਹਵਾਲੇ ਨਾਲ ਆਗਾਹ ਕਰ ਦਿੱਤਾ? ਤੁਹਾਨੂੰ ਕੋਈ ਹਿਫਾਜ਼ਤ ਵਾਸਤੇ, ਕੋਈ ਸਿਕਿਉਰਿਟੀ ਵਾਸਤੇ ਕੁਝ ਫਰਾਹਮ ਕਰ ਰਹੀ ਹੈ ਪੁਲਿਸ? ਨਹੀਂ, ਉਹਦੀ ਇੱਕ ਵਜ੍ਹਾ ਹੈਗੀ ਹੈ ਕਿ ਅਗਰ ਕੋਈ ਵੀ ਗੱਲ ਪੁਲਿਸ ਨਾਲ ਕਰਨੇ ਆ ਨਾ, ਕਿਸੇ ਬੰਦੇ ਨਾਲ ਵੀ ਜਾ ਕੇ ਕਰਨੇ ਆ, ਤੇ ਉੱਥੇ ਰੌਲਾ ਪੈ ਜਾਂਦਾ ਕਿ ਸਬੂਤ ਕੀ ਤੁਹਾਡੇ ਕੋਲ? ਕੂਏ ਦਾ ਗਵਾਹ ਹੈ ਤੁਹਾਡੇ ਕੋਲ, ਫਲਾਣੇ ਬੰਦੇ ਤੁਹਾਨੂੰ ਆ ਕੇ ਦੱਸ ਦੇਗਾ ਕਿ ਇਹਨੇ ਇਹ ਗੱਲ ਕੀਤੀ ਮੇਰੇ ਨਾਲ, ਲੇਕਿਨ ਕਿਸੇ ਨਹੀਂ ਆਉਣਾ। ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹਨੂੰ ਆਪਣੀ ਦੁਸ਼ਮਣੀ ਨਵੀਂ ਤਿਆਰ ਕਰਨ ਵਾਸਤੇ ਤਿਆਰ ਨਹੀਂ ਹੈਗਾ। ਕਿ ਜਿੰਨੇ ਵੀ ਗਵਾਹੀ ਦੇਣੀ ਹੈ ਜਾਂ ਕੋਈ ਗੱਲ ਕਰਨੀ ਹੈ ਜਾਂ ਕੋਈ ਬਾਤ ਕਰਨੀ, ਸਮਝੋ ਉਹਦੀ ਦੁਸ਼ਮਣੀ ਪੈ ਗਈ। ਠੀਕ ਹੈ, ਹਾਂਜੀ, ਇਸ ਵਜ੍ਹਾ ਤੋਂ ਡਰਦਾ ਸਾਹਮਣੇ ਕੋਈ ਨਹੀਂ ਆਉਂਦਾ। ਮਹੱਲੇਦਾਰ ਦੇ ਵਿੱਚ ਕੋਈ ਵੀ ਸਾਹਮਣੇ ਨਹੀਂ ਆ ਰਿਹਾ। ਤੁਹਾਨੂੰ ਦੱਸਿਆ ਕਿ ਉਸ ਦਿਨ ਜਿੱਦਣ ਵਕੂਆ ਹੋਇਆ, ਉਸ ਦਿਨ ਵੀ ਸਭ ਤੋਂ ਪਹਿਲੇ ਮੇਰਾ ਬੇਟਾ ਪਹੁੰਚਿਆ। ਜਦੋਂ ਫਾਇਰ ਹੋਏ ਨੇ ਨਾ, ਇਹ ਭੱਜ ਉੱਠਾ ਉਹ ਆਪਣਾ ਫਾਇਰ, ਹੁਣ ਉਹਦੇ ਤੇ ਮੇਰਾ ਸਕਿੰਟ ਲੱਗੇ ਨੇ, ਚੰਦ ਸਕਿੰਟ, ਤੇ ਉਹ ਗਲੀ 'ਚ ਵੜ ਗਿਆ ਮਾਰ ਕੇ। ਇਹ ਨਸਾ ਜਾਂਦਾ, ਉਸ ਤੋਂ ਪਿੱਛੇ ਮੈਂ ਭੱਜ ਉੱਠਿਆ। ਮੈਨੂੰ ਪਤਾ ਲੱਗਾ, ਮੈਂ ਵੀ ਨਿਕਲ ਰਿਹਾ ਹਾਂ। ਅਸੀਂ ਉੱਥੇ ਚਲੇ ਗਏ। ਜਿਸ ਬੱਚੇ ਨੂੰ ਲਾ ਕੇ ਆਇਆ ਉਹ ਵੀ ਤਕਰੀਬਨ ਕੋਈ 10 ਮਿੰਟ ਬਾਅਦ ਆਇਆ। ਹਾਂਜੀ, ਉਸ ਤੋਂ ਬਾਅਦ ਫਿਰ ਮੁझसे ਕੋਈ ਮੇਰਾ 15 ਮਿੰਟ ਲੱਗੇ ਹੋਣਗੇ ਜੀ। ਉਸ ਤੋਂ ਬਾਅਦ 15-20 ਮਿੰਟ ਹੀ ਕਰ ਲਓ ਤੁਸੀਂ, ਕਿ ਡੋਲਫਨ ਵਾਲੇ ਆਏ ਨੇ। ਉਸ ਤੋਂ ਬਾਅਦ ਫਿਰ ਆਸਤਾ ਆਸਤਾ ਜਦੋਂ ਪੁਲਿਸ ਆਈ ਹੈ ਤੇ ਫਿਰ ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਨਹੀਂ ਤੇ ਕਿਸੇ ਸਿਰ ਨਹੀਂ ਬਾਹਰ ਕੱਢਿਆ ਕਿ ਬਾਹਰ ਕੋਈ ਬੰਦਾ ਫਾਇਰ ਹੋਏ ਨੇ, ਕਿਉਂ ਹੋਏ ਨੇ, ਕੀ ਹੋਇਆ, ਕੋਈ ਚੱਕਰ। ये थी जी बुज़ुर्ग वालिद की दुख भरी दास्तान, जिनका जवान साल बेटा और 2 बच्चों का बाप दुनिया से चला गया और ज़ालिमों ने गोलियां मारकर उसे कत्ल कर दिया। ना सिर्फ उसे कत्ल किया बल्कि इनकी जान को भी ख़तरा है, इनके ख़ानदान के दीगर लोगों को भी ख़तरा है। लेकिन पुलिस जो है वो सबूत मांगती है कि किस तरह से जान को ख़तरा है। लेकिन पुलिस की इन्वेस्टिगेशन और बाकी मामलात क्या कहते हैं ये आपको दिखाएंगे आगे चल के। 5 साला कासिम का बेटा है। कोशिश करते हैं कि ये हमारे साथ बात कर सके। क्या नाम है आपका? सुकून कासिम। आप पढ़ते हो? अभी स्कूल नहीं जाते हो? कितने साल के हो? 2 साल। 2 साल से तो ज़्यादा लगते हो आप। अच्छा, कासिम कौन है? सबूर कासिम है ना आपका नाम, तो कासिम कौन है?
पापा पापा आपके क्या करते हैं? हाँ, खेलते हैं। तो वो यूनिफॉर्म भी पहनते हैं, पुलिस में है, उनके पास गन भी है, बाइक है। कभी सैर की है उस बाइक पे, डॉल्फिन वाली बाइक पे सैर की है? एक बार किया। एक बार बस। और आपकी बहन भी है, उसका क्या नाम है? हरान। क्या? हरान। हरैन। तो आप दोनों खेलते हो? तो पापा किधर हैं आपके? पापा से तो पापा शहीद हो गए? किसने किया शहीद? बॉबे ने। किसने? बॉबे। बोबे ने? आपको किसने बताया? मुझे पता है। कैसे पता? जब मैं गया था यहाँ पापा को फोन लगाने, वो भी देखा, हेलमेट भी देखा। फोन लगा हुआ था और हेलमेट भी था, तो आपने खुद देखा था। पापा आपसे प्यार करते थे? कितना? ज्यादा। बहुत ज़्यादा। तो आप उनके साथ क्या करते थे? खेलते भी थे? क्या खेलते थे? छुपन छुपाई। छुपन छुपाई खेलते थे। तो अब आप किसके साथ खेलते हैं? हरान। रहन के साथ। और दादा भी प्यार करते हैं आपसे? ताया को भी प्यार करते हैं? ये है जी वो मासूम बच्चा जिसको अभी बाप के शफकत का एहसास नहीं है, लेकिन उसको ये मालूम है कि बाप को गोलियां मार के किसने शहीद किया। और खून में लथपथ बच्चे ने बाप की लाश भी देखी और पास गिरा हुआ हेलमेट भी देखा। रियाज जी बाटापुर इन्वेस्टिगेशन इंचार्ज हैं। थाना डिफेंस का ये वक़ुआ था। डॉल्फिन फोर्स का एहलकार मोहम्मद कासिम जिसके मुलजमान को गिरफ़्तार कर लिया गया है। रियाज से जो है तफसील पूछते हैं। रियाज साहब बहुत शुक्रिया आपका। रियाज साहब सबसे पहले तो ये बताएंगे, ये थाना डिफेंस का वक़ुआ है और आप बाटापुर पुलिस स्टेशन इंचार्ज इन्वेस्टिगेशन है, तो ये केस आपके पास आने की वजह क्या थी? जी बिस्मिल्लाहिर्रहमानिर्रहीम। ये आपका शुक्रिया, आप मेरे पीएस में तशरीफ़ लाए। ये इन्वेस्टिगेशन मेरे पास आने की वजह ये थी कि इसमें मुकदमे में चूँकि 780 लगी हुई है, तो 780 की तफ्तीश इंस्पेक्टर रैंक से कम नहीं कर सकता। ठीक है। डिफेंस सी का जो इंचार्ज इन्वेस्टिगेशन था उन दिनों में लीव पे था, जिसकी वजह से ये इन्वेस्टिगेशन अफसरान के हुक्म से ये मेरे पास आ गई। ठीक है। अच्छा रियाज साहब ये बताएं कि डॉल्फिन पुलिस एहलकार था और मुलजमान ने ना ये देखा कि वो पुलिस एहलकार है और उसे दिन दहाड़े जो है वो कत्ल कर दिया। कत्ल करने की वजह क्या है? क्या वजह थी कि उसको कत्ल किया गया और 9 फायर उसको लगे जो मौके पर ही दम तोड़ गया? जी इसमें अब तक मेरी तफ्तीश में कत्ल करने की 2 वजूहत सामने आई हैं। एक तो मुलजमान पार्टी ये कह रही है कि 2014 में जो मुलजम इकराम उर्फ गोगा है, जो अभी तक अबूरी बेल पे है, उसकी बेटी है अनम, उसकी 2014 में शादी हुई थी। शादी के कुछ ही अर्सा बाद इसकी मकतूल कासिम की और अनम की आपस में एक अंडरस्टैंडिंग होती है, तो बकौल इनके और बामुताबिक FIR जो डिफेंस सी में 2014 में दर्ज है उसके मुताबिक वो मकतूल कासिम के साथ चली जाती है। कुछ दिनों के बाद वो लड़की वापस आती है। उसने अपने कोर्ट में बयान दिया है 164 का कि मैं कासिम के साथ नहीं गई थी, मेरा खामद रिजवान है जो हमारे इस मुकदमे में भी मुलवस है, नामजद मुलज़म है, वो मुझ पर तशद्दुद करता है। तो मैं उसकी तशद्दुद की वजह से मैं घर से भागी हूँ। मैं अपने वालिद और वालदा को भी बारहा ये शिकायत कर चुकी हूँ कि मेरा खामद मुझ पर तशद्दुद करता है कि मेरी इससे जान छुड़ाएँ, लेकिन मेरे वालिदैन ये अनसुनी कर दिया करते थे। तो मैं तंग आकर मैं घर से गई थी अपने किसी रिश्तेदार के पास, वहाँ मैं रहकर अब मैं वापस आई हूँ। तो मुझे दारुल मान भिजवाया जाए, मेरे वालिदैन मुझे सपोर्ट नहीं करते, ना मेरी मानते हैं। तो ये चली गई है, दारुल मान चली जाती है, उधर से फिर इनके घर वाले कुछ दिनों के बाद जाके लेके आते हैं। ठीक है। अगर ये
कह रहे हैं कि हम उस लड़की की वजह से हमने इसको कत्ल किया है, तो ये बिल्कुल झूठ है। वो 2014 का वाक़या है, 2014 को गुजरे हुए अब 8 साल गुजर गए हैं। अगर इन लोगों ने लड़की की वजह से इसको कत्ल करना था तो फिर से पहले ये वाक़या कर लेते, पहले क्यों नहीं किया। उसके बाद 2016 के बाद 14 के बाद इनकी आपस में सुलह भी हो जाती है, आपस में मिलते जुलते भी रहे हैं, आपस में करीबी से अजीज़दारी इनकी। ये मुलज़म का जो है हमारा मकतूल कासम, वो मामू का बेटा है। ठीक है। एक ही गांव में रहते हैं, एक ही गली में रहते हैं, करीबी अजीज़दारी भी है। अगर इनके वो लड़की का इशू बनाना था तो उससे पहले ये वाक़या कर लेते, अब ना करते। दूसरी इनकी वजह ये है कि इकराम उर्फ गोगा ये उस डेरा चाहल के इलाके में मनशात फरोश है, बहुत बड़ा मनशात फरोश है। उसका जो भाई इरफान है वो नशई रहा है, नशा करता रहा है बेतहाशा। उसका छोटा भाई जो अमरान है वो अभी भी नशा करता है, इंजेक्शन लगा रहा है, वो उसी गांव में रह रहा है। इकराम उर्फ गोगा अभी भी मनशात बेचता है। इस पे 9C के 9B के इसके खिलाफ मुकदमात हैं, ऑन द रिकॉर्ड है, डिफेंस के इलाके में और थाना हेर में। तो ये जब भी इन पे कोई पुलिस रेड करती थी तो इनको ये शक होता था कि शायद कासम हम पे रेड करवाता है। और इसके अलावा जब ये वक़ूआ हुआ था 2014 में इस पे FIR हुई थी, उस वक्त ये मुलाज़िम नहीं था। ये 2016 में डॉल्फिन में भर्ती हुआ है। ठीक है। भर्ती होने के बाद कासम ने उनको कहना शुरू कर दिया कि आप लोग हमारे अजीज़दार हैं, आप मोहल्ले में रहते हैं, आप मंशात भेजते हैं, हमारे बच्चों का मुस्तकबिल आप तबाह कर रहे हैं, हमारे गाँव के लोगों का मुस्तकबिल तबाह कर रहे हैं, तो आप ये काम छोड़ दें। इन लोगों को मुलज़मान पार्टी को उनकी ये बातें नागवार गुजरती थी, जिसकी वजह से इन लोगों ने ये इसका प्लान बनाया कि हम इनको जिसे छोड़ना। ठीक है। फिर ये वक़ूए से तकरीबन 3 दिन पहले 15 अक्टूबर को ये लोग मुलज़म पार्टी इधर हमारे थाने बाटा के इलाके से एक वैगनर गाड़ी रेंट पे लेते हैं। रेंट पे लेके 2 दिन मकतूल की रैकी करते रहे हैं बेदिया रोड पे और डेरा चाहल पे। ये किस टाइम पे आता है, रात को किस रास्ते से आता है और कितने बजे अपने घर पहुंचता है, ये रैकी करते रहे हैं। फिर वक़ूए वाले दिन 17/10/2022 को जिस दिन का वक़ूआ है, उस दिन रात को इकराम उर्फ गोगा, इरफान बोदी जो मरकज़ी मुलज़म है, ठीक है, और मरकज़ी मुलज़म के साथ फ़हद और फादी है और गुलाम दस्तगीर, इनका एक लोगों ने होटल बनाया हुआ है इधर बेदिया रोड पे अब्दुल्ला के नाम पे, अब्दुल्ला होटल के नाम से। ठीक है। उधर बैठ के इन लोगों ने प्लान तैयार किया है। 12:30 बजे उधर इकट्ठे होते हैं, उधर बैठ के ये फ़िश और बारबेक्यू से खाना खाते हैं। खाना खा के जब इनकी ड्यूटी से आने का टाइम होता है, ये रात को 1 बजे 1-1:15 बजे ये डेरा चाहल अपने गांव मकतूल पहुंचता था। 12:30 बजे 1:45 बजे उधर होटल से निकल के मोटरसाइकिल पे बैठ के उधर जाके जहाँ इसका घर है मकतूल का, उस घर का चौक है ताज चौक, उसमें एक ज़ेर तमीर दुकान है, उधर जाके छुप जाते हैं फ़हद और इरफान और बोदी। जब ये आते हैं अपने गांव ड्यूटी ऑफ करके आते हैं, तो इसके साथ मकतूल कासम के साथ इसका भाई कैसर और इसका एक दोस्त है नवीद, ये तीनों एक ही मोटरसाइकिल पे आते हैं। कासम मकतूल है, वो मोटरसाइकिल चला रहा होता है, उसके पीछे उसका भाई कैसर बैठता है और पीछे नवीद बैठता है। सबसे पहले मकतूल जो कासम है वो अपने भाई कैसर को अपने घर उतारता है, उतार के फिर जाए वक़ूआ से गुज़र के आगे उसका नवीद का घर है, उसको ड्रॉप करके जब वापस आता है तो जो हमारा जो है मुलज़म मेन मुलज़म मरकज़ी मुलज़म है इरफान और बोदी और फ़हद, ये गाद लगा के बैठे हुए थे। जो ही वो करीब आते हैं तो फौरी दुकान से बाहर निकल कर सामने आकर इसने 6 फायर किए हैं उसको सीने पे, जो सीने के उसके मुख्तलिफ जगहों पे लगते हैं। वो फायर लगने के बाद वो लड़खड़ा के जो घर की दीवार है उसके साथ वो उसकी टेक लग जाती है। जब टेक लगती है तो ये इरफान और बोदी जो है ये मज़ीद 3 राउंड लोड करता है और उसके ऊपर जाके उसकी गर्दन पे 3 फायर मारता है। अच्छा। जैसे हमारा जो कासम जो डॉल्फिन का कांस्टेबल है वो मौके पे शहीद हो जाता है। ठीक है। अच्छा रियाज साहब ये बताएं कि गैरत का नाम दे रहे हैं इस कत्ल को कि जी वो हमारी बहन को, हमारी बेटी को, हमारी भतीजी को तंग करता था, और एक FIR भी दर्ज उन्होंने करवाई थी अगवा की। क्या कासिम उसमें नामजद मुलजिम था, कुछ रिकॉर्ड में देखा गया? जी मैंने FIR मंगवाई है, उसमें कासम, उसका वालिद, उसका भाई, उसमें 4 लोगों ने उस FIR में इनको नामजद किया था। तो उसमें नामजद वाकई मुलज़म है, लेकिन वो लड़की के बयान की वजह से वो FIR खारिज हो जाती है। अच्छा, FIR खारिज हो? वो 2014 का वाक़या, आज से 8 साल पुराना वाक़या है। अगर ये गैरत के नाम पे इन लोगों ने कत्ल करना था तो उस वक्त ये कर देते। 6 महीने बाद, साल बाद उस लड़की वापस आती है, फिर उसका जो मियाँ रिजवान वो हमारे इसी मुकदमे में नामजद मुलज़म है, उसके जो साथ गिरफ्तार भी है, उसके साथ इनकी सुलह जाती है, लड़की फिर बसना शुरू हो जाती है।
फिर रात को एक दिन रात को दोनों मियाँ बीवी की, रिजवान मुलज़म और अनम जो उसकी बीवी थी, उसकी रात को आपस में तलख कलामी होती है। तो रिजवान रात को अपनी बेगम को 3 फायर मारता है, जो तीनों फायर उसके पेट में लगते हैं। तो उसकी ज़िंदगी थी, अल्लाह ताला उसको बचा लिया, वो बच जाती है। फिर रिजवान उसको डिवोर्स दे देता है। डिवोर्स देने के बाद जो लड़की के जो वालदैन हैं, इकराम और गोगा, उस लोगों ने उसकी फिर शादी कर दी है कोट लखपत के एरिया में। तो पता नहीं उधर उसका नहीं निभा हुआ, कुछ अर्से बाद उसने भी डिवोर्स दे दी। अच्छा। डिवोर्स देने के बाद अब फिर तीसरी जगह शादी की है, आज से कि 2 माह पहले, 2-2.5 माह पहले जैसे शादी की है। उस बंदे की एज 51 ईयर है, 51 साल उसकी एयर है, और इन लोगों का होटल में वो पार्टनर है। अच्छा, जो अभी उन्होंने होटल बनाया है, उस होटल में इनका पार्टनर है, उसके साथ इसकी शादी की है। तो ये गैरत का जो नाम दे रहे हैं, तो जो हमारा मकतूल कासिम है, उसकी भी शादीशुदा है, उसके 2 बच्चे हैं। उसने इसको क्या तंग करना था? उसकी अब अजीज़दारी है, उनके घर के पास इसकी सिस्टर रहती है, उसको उसका आना जाना था। अगर गैरत के नाम पे कत्ल करना था, तंग करता था, तो फिर वो किसी को पुलिस में कंप्लेन करते, किसी अफसर को कंप्लेन करते, उसके जो वालदैन को कंप्लेन करते कि हमें आपका बेटा तंग करता है। ना इन लोगों ने उसके वालदैन को कंप्लेन की है, ना थाना डिफेंस सी में कंप्लेन की है, ना हमारे अफसरान जो हैं मुतलका SP डॉलर साहब हैं, हमारे SP कैंट हैं, DI साहब हमारे इन्वेस्टिगेशन है, ऑपरेशन है, किसी ऑफिसर को इन लोगों ने कंप्लेन नहीं की कि कासिम हमें तंग करता है। ठीक है। अच्छा रिजवान साहब, ये बताएं कि जो खातून है जिसका ये झूठ बोल के गैरत के नाम पे जो है एक सिंपथी हासिल करना चाहते हैं कि जी हमने गैरत के नाम पे, इरफान कहता है कि मुलजिम जो कि हमने मकतूल को कत्ल किया है, तो इसमें तफ्तीश में क्या आगे जाके या इससे पहले अभी उसका बयान कलमबंद किया गया है खातून का? वो आपकी तफ्तीश का हिस्सा बनेगा उसका बयान? जी, मैं नहीं समझता कि उसको हम तफ्तीश का हिस्सा बनाएं। ठीक है, इसलिए कि 2014 के बाद ऐसा कोई इनकी कंप्लेन किसी भी स्टेज पे दर्ज नहीं है कि ये हमारी लड़की को उसके बाद इसने तंग किया है। अच्छा रियाज साहब, मुलजिम जो हैं 4 आपने गिरफ़्तार किए हैं, एक अबूरी ज़मानत पे है, 5 मुलजिम हैं। एक मुलजिम जो है इरफान, जिसका आप जिक्र कर रहे हैं, जिसने फायर भी मारे हैं और वो ख़ुद भी अपना पुलिस की हिरासत में एतराफ़ भी कर रहा है अपने जुर्म का। तो बाकी जो मुलजमान हैं उनका कोई किरदार है, कोई इस वकूए में उनकी मुशावरत थी? आपकी तफ्तीश क्या कहती है? जी, मेरी तफ्तीश में अब तक ये सामने आया कि इरफान और बोदी और अपना फ़हद और फादी, ये दोनों वकूए में मौजूद थे। दोनों ही अपने इस जुर्म का एतराफ़ कर रहे हैं। ठीक है। इरफान और बोदी फायर मारता है और कासिम के पास भी पिस्टल था, जिसने फायर मारने की कोशिश की है, लेकिन उसका पिस्टल नहीं चला। अच्छा। उसकी गोली उसके अंदर फंस गई है, जिसकी वजह से वो नहीं चला। फिर जब इसके फायर नहीं चले फ़हद और फादी के, तो इरफान और बोदी ने अपनी जेब से 3 मज़ीद राउंड निकाल के फिर उसको 3 फायर किए हैं। 6 फायर उसको पहले किए थे, फिर 3 फायर मज़ीद उसके ऊपर जाके उसने गर्दन पे फायर मारे हैं। ठीक है, तसल्ली करके फिर वो उधर से निकले हैं। ठीक है। तो अच्छा रियाज साहब, ये बताइएगा कि जो आला एक कत्ल है, दोनों पिस्तल जो इस्तेमाल एक नहीं हो सका, उसका फायर नहीं चल सका, तो वो आपने बरामद कर लिए हैं? और क्या ये लाइसेंसी असला था या नाजायज़ असला इन्होंने अपने पास रखा? जी, जो आला कत्ल था हमने वो बरामद कर लिया है, अल्लाह का शुक्र है, वो बरामद हो गया है। एक पिस्टल बरामद हो गया है, और दूसरा जो फ़हद और फादी का जो पिस्टल है वो अभी तक बरामद नहीं हुआ। उसमें हमने 2-3 रेड उनके घर पे किए हैं। अब हमें ये बता रहा है कि वो पिस्टल इकराम और गोगा जो है उसके घर पड़ा हुआ है। उधर हम इंशाल्लाह कल उसकी मज़ीद इसका रिमांड लेके तो उसको मज़ीद वो भी बरामद करेंगे। और ये जो बरामद किया आला कत्ल, वो लाइसेंसी पिस्टल है? नहीं, वो गैर लाइसेंसी था। वो हमने इनका जो होटल है अब्दुल्ला होटल, उनके रैक से हमने ये बरामद किया है। SSP इन्वेस्टिगेशन सैयद हसनैन हैदर हैं जी हमारे साथ। हसनैन साहब बहुत शुक्रिया। हसनैन साहब, ये बताइएगा कि पिछले दिनों पुलिस एहलकार डॉल्फिन का मुलाजिम जो था, एक उसकी कत्ल कर दिया गया, उसको गोलियां मार के। अब उसके मुद्दई ये कहते हैं कि हमें खौफ है, हम इस डर से घर में नहीं रह रहे हैं कि मुलजमान में से एक मुलजिम जो है वो अबूरी ज़मानत पे है और उनको मुख्तलिफ़ तरीक़ों से मैसेज मिल रहे हैं कि आप मुकदमे की पैरवी ना करें वरना आपके साथ भी वही कुछ हो सकता है। और दूसरा ये बता दीजिएगा कि डॉल्फिन फोर्स का जो अहलकार शहीद हुआ है या उसको कत्ल हुआ है, उसको शहीद का दर्जा दिया जा सकता है? यूनिफॉर्म में वो उसका मामला कत्ल का हुआ था।
जी, मैं समझता हूँ कि ये बड़ा सफाकाना मर्डर है और यकीनी बात है कि हमारा ये जवान जो है शहीद है। उसकी रीज़न ये है कि जो इसके पीछे जो रीज़न्स आ रही हैं उसको मारने से मुतल्लिका, वो बेसिकली उसकी ड्यूटी से रिलेटेड हैं। ये लोग चूँकि जराइम पेशा लोग थे और गुलाम कासिम जो है उनके लिए एक थ्रेट था, मैं समझता हूँ। और चूँकि पास्ट में ऐसा हो चुका कि उनका ये कभी शक था कि हमारे ख़िलाफ़ पुलिस जो भी एक्शन करती है, हमारी जो मनशियात फरोशी है उसके सद्देबाब के लिए पुलिस का जो भी एक्शन है उसमें कहीं ना कहीं गुलाम कासिम जो है वो रिपोर्टिंग करता है। तो मैं समझता हूँ कि ही डाइड इन द लाइन ऑफ ड्यूटी, सो वो शहीद है हमारा। जहाँ तक उसके कातलों की बात है तो इसमें 5 नामजद मुलज़म थे, जिनमें से 4 जो हैं अरेस्टेड हैं। शहीद की फ़ैमिली को मैं नहीं समझता कि किसी भी तरह की कोई थ्रेट है या उन्हें किसी भी तरह का कोई खौफ महसूस करना चाहिए। ये 4 मुलज़िम जो हैं ये गिरफ़्तार हो चुके हैं। जो 5वां मुलज़िम है वो इंटरम बेल पे है और इंशाल्लाह ताला हमारी पूरी कोशिश है कि हम उसकी भी बेल को ऑन लीगल ग्राउंड्स कोर्ट से कैंसिल करवाएंगे और उसको भी अरेस्ट करेंगे। मैं नहीं समझता कि वो जो जराइम पेशा अफराद हैं वो इस पोजीशन में हैं कि वो हमारे शहीद की फ़ैमिली को थ्रेट कर सकें और शहीद की फ़ैमिली को प्रोटेक्ट करने की गर्ज से हाई अप्स की तरफ से इंस्ट्रक्शंस और डायरेक्शंस जो हैं वो हमारे पुलिस स्टेशन लेवल पे ऑलरेडी कम्युनिकेटेड हैं। सो इंशाल्लाह ताला शहीद की फ़ैमिली को हम पूरी तरह प्रोटेक्ट करेंगे और जो शहीद के मुलज़िम हैं हम पूरी तरह से इंश्योर करेंगे कि स्ट्रिक्टली ऑन मेरिट और स्ट्रिक्टली ऑन लीगल ग्राउंड्स हम उनको कन्विक्ट करवाएं। ये था आज का जुर्म अंजाम, जिसमें हमने आपको दिखाया कि डॉल्फिन पुलिस एहलकार को कत्ल करने की वजह क्या है। मुलजमान कहते हैं कि गैरत के नाम पे कत्ल किया, लेकिन पुलिस की इन्वेस्टिगेशन ये कहती है कि मुलजमान मंशियात फरोश हैं और मकतूल उन्हें इस काम से रोकता था जो कत्ल की वजह बनी। नए प्रोग्राम तक के लिए मुझे दीजिए इजाज़त। अल्लाह हाफिज़।